ਉਹੀ ਲੀਡਰ ਜਿਨ੍ਹਾਂ ਨੂੰ ਚਾਅ ਚੜਿਆ ਸੀ ਮਾਨ ਸਾਹਿਬ ਦੀ ਸਰਕਾਰ ਆਈ ਤੇ ਤੁਸੀਂ ਤੇ 7 ਮਹੀਨੇ ਨਹੀਂ ਆਉਣ ਦਿੱਤੇ। 16 ਤਰੀਕ ਨੂੰ 7 ਮਹੀਨੇ ਹੋਣੇ ਤੇ ਨਾਅਰੇਬਾਜ਼ੀ। ਬੰਦੇ ਆਮ ਸੀਗੇ ਪਰ ਇਹ ਖਾਸ ਬਣ ਗਏ ਆ। ਜਦੋਂ ਆਮ ਸੀਗੇ ਅਸੀਂ ਉਹਨਾਂ ਨੂੰ ਨਾਲ ਜੋੜ ਕੇ 90% ਇੰਪਲਾਈਜ਼ ਨੇ ਉਹਨਾਂ ਨੂੰ ਵੋਟਾਂ ਪਾ ਕੇ ਆਪਣੇ ਘਰਦਿਆਂ ਨੂੰ ਕਹਿ ਕੇ 10-10 ਵੋਟਾਂ ਹੋਰ ਪਵਾ ਕੇ ਇਹਨਾਂ ਨੂੰ ਅੱਗੇ ਲਿਆਉਂਦਾ। ਜਦੋਂ ਇਹ ਅੱਗੇ ਆ ਗਏ ਖਾਸ ਬਣ ਗਏ ਤੇ ਸਾਡੀ ਹੀ ਆਵਾਜ਼ ਨਹੀਂ ਸੁਣ ਰਹੇ। ਜਿਹੜੇ 92 ਤੁਸੀਂ MLA ਚੁਣ ਕੇ ਦਿੱਤੇ ਨੇ ਉਹ ਪੰਜਾਬ ਦੇ ਹੀ ਹੈ। ਬਹੁਤ ਵੱਡੀ ਗਲਤੀ ਕਰ ਲਈ ਜੀ। ਲੋਲੀਪੌਪ ਚੂਸ ਕੇ ਅਸੀਂ ਗੱਲਾਂ ਚ ਆ ਗਏ ਉਹਨਾਂ ਦੀਆਂ। ਮਾਨ ਸਾਹਿਬ ਨੇ ਕਿਹਾ ਸੀ ਕੱਲੀ ਕਰਕੇ ਮੰਗ ਮੰਨਾਂਗੇ, ਕੋਈ ਸਮਾਂ ਤੇ ਦੇਣਾ ਚਾਹੀਦਾ। ਕਿੰਨਾ ਕੁ ਦੇ ਦਈਏ ਜੀ? ਹਨੀਮੂਨ ਪੀਰੀਅਡ ਵਧਾਈ ਜਾਂਦੇ ਨੇ ਆਪਦਾ। ਜਗ੍ਹਾ ਜਗ੍ਹਾ ਤੇ ਪ੍ਰਚਾਰ ਹੋ ਰਿਹਾ, ਬੋਰਡ ਲੱਗ ਰਹੇ ਨੇ ਵੱਡੇ ਵੱਡੇ। ਉਹ ਲਿਖਿਆ ਕੀ ਹੋਇਆ ਕਿ ਸਾਡਾ ਕੰਮ ਬੋਲਦਾ। ਮੈਨੂੰ ਸਮਝ ਨਹੀਂ ਆਉਂਦੀ, ਜੇ ਤੁਹਾਡਾ ਕੰਮ ਬੋਲਦਾ ਫਿਰ ਤੁਸੀਂ ਬੋਰਡ ਕਾਹਤੇ ਲਾਏ? ਠੇਕਾ ਅਧਿਆਪਕ ਰੈਗੂਲਰ ਕਰਤੇ, ਇਸੇ ਤਰ੍ਹਾਂ 600 ਯੂਨਿਟ ਮੁਆਫ ਕਰਤੇ, ਕਈ ਕੁਛ ਕਰਤਾ। ਬਾਦਲ ਸਰਕਾਰ ਨੇ ਵੀ ਇਹੀ 36000 ਪੱਕੇ ਕੀਤੇ ਸੀਗੇ। ਉਸ ਤੋਂ ਬਾਅਦ ਕੈਪਟਨ ਸਾਹਿਬ ਉਹਨਾਂ ਨੇ ਵੀ 36000 ਆਹੀ ਪੱਕੇ ਕੀਤੇ। ਚੰਨੀ ਸਾਹਿਬ ਆਏ ਉਹਨਾਂ ਨੇ ਵੀ ਆਹੀ 36000 ਪੱਕੇ ਕੀਤੇ ਤੇ ਇਹਨਾਂ ਨੇ ਵੀ ਆਹੀ ਕੀਤਾ ਕਿ 36000 ਪੱਕੇ ਕਰਤੇ। ਉਸ ਤੋਂ ਬਾਅਦ ਬੋਰਡ ਵੱਡੇ ਬੋਰਡ ਲਾਤੇ ਸੀ, 36000 ਪੱਕੇ ਕਰਤੇ। ਸਾਨੂੰ ਇਹ ਉਮੀਦ ਸੀ ਵੀ ਭਗਵੰਤ ਮਾਨ ਜੀ ਜਿਹੜੇ ਨੇ ਉਹ ਆਮ ਲੋਕਾਂ ਦੇ ਵਿੱਚੋਂ, ਪਿੰਡਾਂ ਦੇ ਵਿੱਚੋਂ ਉੱਠੇ ਨੇ। ਹਰ ਬੰਦੇ ਨੂੰ ਉਮੀਦ ਸੀ, ਤਾਂ ਹੀ ਇੰਨਾ ਬੰਪਰ ਜਿਹੜਾ ਹੈ ਉਹਨਾਂ ਨੂੰ ਮੈਜੋਰਿਟੀ ਮਿਲੀ ਹੈ। ਪਰ ਉਹਨਾਂ ਉਮੀਦਾਂ ਤੇ ਸਾਨੂੰ ਅੱਜ ਪਾਣੀ ਫਿਰਦਾ ਨਜ਼ਰ ਆਉਂਦਾ ਹੈ। ਉਹ ਜਿਹੜੀ ਆ ਕਠਪੁਤਲੀ ਬਣੇ ਹੋਏ ਆ, ਦਿੱਲੀ ਤੋਂ ਚੱਲ ਰਹੇ, ਔਰ ਦਿੱਲੀ ਵਾਲਿਆਂ ਨੂੰ ਕੀ ਪਤਾ ਵੀ ਸਾਡੀਆਂ ਮੰਗਾਂ। ਮਾਨ ਸਾਹਿਬ ਨੇ ਪਿਛਲੀ ਸਰਕਾਰ 'ਚ ਇਹ ਕਿਹਾ ਸੀ ਕਿ ਖਾਲੀ ਦਾ ਪੀਪਾ ਹੁੰਦਾ, ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ। ਹੁਣ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ, ਮਾਨ ਸਾਹਿਬ ਨੂੰ ਤੁਹਾਡੇ ਵਿੱਤ ਮੰਤਰੀ ਨੇ ਪੀਪਾ ਸਾਂਭਿਆ ਵਾ, ਖਜ਼ਾਨਾ ਹੈ, ਸਾਨੂੰ ਦੱਸ ਦਿਓ। ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ 3.25 ਕਰੋੜ ਪੰਜਾਬੀਆਂ ਨੂੰ ਜਦੋਂ 10 ਮਾਰਚ ਨੂੰ ਰਿਜ਼ਲਟ ਆਇਆ ਸੀ ਤੇ ਬੜਾ ਚਾਅ ਚੜਿਆ ਸੀ ਵੀ ਸਾਡੀ ਆਪਣੀ ਸਰਕਾਰ ਆ ਗਈ ਹੈ। ਆਪਣੀ ਸਰਕਾਰ ਨੇ ਜਿਵੇਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਕਹਿੰਦੇ ਨੇ ਕਈ ਕੰਮ ਵੀ ਕੀਤੇ ਨੇ, ਪਰ ਦੁਖਾਂਤ ਇਹ ਹੈ ਵੀ 6-7 ਮਹੀਨਿਆਂ ਬਾਅਦ ਪੰਜਾਬ ਦਾ ਮਾਹੌਲ ਫਿਰ ਕੈਪਟਨ ਬਾਦਲ ਤੇ ਚੰਨੀ ਦੀ ਸਰਕਾਰ ਵਾਂਗ ਦਿਸਣ ਲੱਗ ਪਿਆ। ਕਿਤੇ ਕਿਸਾਨ ਧਰਨੇ ਮਾਰੇ ਨੇ, ਕਿਤੇ ਬੇਰੁਜ਼ਗਾਰ ਟੈਂਕੀਆਂ ਤੇ ਚੜ੍ਹੇ ਨੇ, ਕਿਤੇ ਠੇਕਾ ਮੁਲਾਜ਼ਮ ਕੁਰਲਾ ਰਹੇ ਆ ਔਰ ਕਿਤੇ ਪਟਵਾਰੀ ਫਾਰਮਾਸਿਸਟ ਹਰੇਕ ਵਰਗ ਜਿਹੜਾ ਆ ਉਹ ਨਾਰਾਜ਼ ਹੈ। ਔਰ ਬਹੁਤ ਵੱਡੀ ਘਟਨਾ ਵਾਪਰੀ ਹੈ ਕਿਉਂਕਿ ਇਹ ਕਿਹਾ ਜਾਂਦਾ ਵੀ ਮੁਲਾਜ਼ਮਾਂ ਨੇ ਔਰ ਖਾਸ ਕਰਕੇ ਠੇਕਾ ਤੇ ਬੇਰੁਜ਼ਗਾਰ ਮੁਲਾਜ਼ਮਾਂ ਨੇ ਮਾਨ ਸਰਕਾਰ ਬਣਾਉਣ 'ਚ ਬਹੁਤ ਵੱਡਾ ਰੋਲ ਅਦਾ ਕੀਤਾ। 10 ਅਕਤੂਬਰ ਤੋਂ ਪੰਜਾਬ ਸਟੇਟ ਮਸਟੀਰੀਅਲ ਸਰਵਿਸ ਯੂਨੀਅਨ ਜਿਹਦੇ ਕਹਿੰਦੇ ਨੇ 60-70 ਹਜ਼ਾਰ ਮੈਂਬਰ ਨੇ, ਉਹ ਸਰਕਾਰ ਤੋਂ ਬਾਗੀ ਹੋ ਗਏ ਨੇ। ਔਰ 10 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਇਹ ਮੁਲਾਜ਼ਮ ਕਹਿੰਦੇ ਨੇ ਵੀ ਕਲਮ ਛੋੜ ਹੜਤਾਲ, ਦਫ਼ਤਰ ਆਵਾਂਗੇ, ਹਾਜ਼ਰੀ ਲਾਵਾਂਗੇ, ਪਰ ਉਸ ਤੋਂ ਬਾਅਦ ਕੰਮ ਕਰਨ ਦੀ ਥਾਂ ਤੇ ਨਾਅਰੇ ਲਾਵਾਂਗੇ। ਨਾਅਰੇ ਲੱਗ ਰਹੇ ਨੇ 10 ਅਕਤੂਬਰ, 11 ਅਕਤੂਬਰ, 12 ਅਕਤੂਬਰ, 13 ਅਕਤੂਬਰ। ਜਾਣਕਾਰੀ ਇਹ ਮਿਲੀ ਹੈ ਵੀ ਪੰਜਾਬ ਸਰਕਾਰ ਨੂੰ ਸ਼ਾਇਦ ਨਾਅਰੇ ਸੁਣੇ ਹੀ ਨਹੀਂ ਤੇ ਅੱਜ ਅਸੀਂ ਸੈਕਟਰ 17 ਖੜੇ ਹਾਂ ਚੰਡੀਗੜ੍ਹ ਵਿੱਚ, ਜਿੱਥੇ ਇਹ ਮੁਲਾਜ਼ਮ ਨਾਅਰੇ ਲਾ ਰਹੇ ਨੇ। ਇਹਨਾਂ ਨੂੰ ਪੁੱਛਦੇ ਹਾਂ ਵੀ ਤੁਹਾਡੀ ਤੇ ਆਪਣੀ ਸਰਕਾਰ ਆ, ਫਿਰ ਨਾਅਰੇ ਲਾਉਣ ਦਾ ਕੀ ਤੁੱਕ ਹੈ? ਸੁਖਚੈਨ ਖਹਿਰਾ ਜੀ, ਮੈਂ ਸਾਰੀ ਲੀਡਰਸ਼ਿਪ ਦੇਖ ਰਿਹਾ, ਸੁਸ਼ੀਲ ਕੁਮਾਰ ਜੀ, ਮੈਡਮ ਕਮਲਜੀਤ, ਬੈਦਵਨ ਸਾਹਿਬ ਤੇ ਇਸੇ ਤਰ੍ਹਾਂ ਸੁਖਚੈਨ ਸਿੰਘ ਖਹਿਰਾ, ਉਹੀ ਚਿਹਰੇ, ਉਹੀ ਲੀਡਰ ਜਿਨ੍ਹਾਂ ਨੂੰ ਚਾਅ ਚੜਿਆ ਸੀ ਮਾਨ ਸਾਹਿਬ ਦੀ ਸਰਕਾਰ ਆਈ ਤੇ ਤੁਸੀਂ ਤੇ 7 ਮਹੀਨੇ ਨਹੀਂ ਆਉਣ ਦਿੱਤੇ। 16 ਤਰੀਕ ਨੂੰ 7 ਮਹੀਨੇ ਹੋਣੇ ਤੇ ਨਾਅਰੇਬਾਜ਼ੀ। ਤਰਲੋਚਨ ਜੀ, ਤੁਸੀਂ ਸਾਡੀ ਆਵਾਜ਼ ਅੱਗੇ ਵੀ ਉਠਾਉਂਦੇ ਰਹੇ ਹੋ ਤੇ ਹੁਣ ਵੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਉਠਾ ਰਹੇ ਹੋ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਵੀ ਕੋਈ ਸਰਕਾਰ ਆਂਦੀ ਆ, ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਮੁਲਾਜ਼ਮਾਂ ਨੇ ਇਹ ਸੋਚਿਆ ਵੀ ਅਸੀਂ ਬਥੇਰਾ ਦੇਖ ਲਿਆ, ਕਦੀ ਕਾਂਗਰਸ ਕਦੀ ਅਕਾਲੀ, ਅਸੀਂ ਆਮ ਆਦਮੀ ਪਾਰਟੀ ਨੂੰ ਚੁਣ ਲਈਏ। ਆਮ ਆਦਮੀ ਪਾਰਟੀ ਨੇ ਵੀ ਜਿਵੇਂ ਰਵਾਇਤੀ ਪਾਰਟੀਆਂ ਨੂੰ ਸਾਡੇ ਨਾਲ ਵਾਅਦੇ ਕੀਤੇ ਵੀ ਅਸੀਂ ਆਂਦੇ ਹੀ ਤੁਹਾਡੀ ਜਿਹੜੀ ਆ ਪੁਰਾਣੀ ਪੈਨਸ਼ਨ ਲਾਗੂ ਕਰ ਦਾਂਗੇ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦਾਂਗੇ, ਜਿਹੜੇ ਰਿਟਾਇਰੀ ਸਾਥੀ ਆ ਉਹਨਾਂ ਨੂੰ 2.5 ਦਾ ਗੁਨਾਹ ਦੇ ਕੇ ਪੇ ਕਮਿਸ਼ਨ ਲਾਗੂ ਕਰ ਦਾਂਗੇ, ਜਿਹੜੇ 16 ਤੋਂ ਬਾਅਦ ਭਰਤੀ ਮੁਲਾਜ਼ਮ ਨੇ ਉਹਨਾਂ ਦਾ ਜਿਹੜਾ 3 ਸਾਲ ਦਾ ਪ੍ਰੋਬੇਸ਼ਨ ਉਹ 2 ਸਾਲ ਕਰ ਦਾਂਗੇ ਤੇ ਪੂਰੀ ਤਨਖਾਹ ਪ੍ਰੋਬੇਸ਼ਨ ਦੇ ਦੌਰਾਨ ਦੇਵਾਂਗੇ, ਜਿਹੜਾ ਪੇ ਕਮਿਸ਼ਨ ਉਹ ਪੰਜਾਬ ਦਾ ਲਾਗੂ ਕਰ ਦਾਂਗੇ ਆਦਿ। ਹੁਣ ਜਦੋਂ ਸਰਕਾਰ ਵਜੂਦ 'ਚ ਆ ਗਈ ਤਾਂ ਪਹਿਲੇ ਤਾਂ ਇਹੀ ਕਹਿੰਦੇ ਰਹੇ ਭਗਤ ਜਿਹੜੇ ਹੈਗੇ ਨੇ ਵੀ ਸਰਕਾਰ ਨੂੰ ਸਮਾਂ ਦਿਓ, ਸਰਕਾਰ ਨੂੰ ਸਮਾਂ ਦਿਓ। ਹੁਣ ਜਦੋਂ ਸਮਾਂ ਦਿੱਤਾ ਗਿਆ, ਉੱਤੇ ਹੁਣ ਦੀਵਾਲੀ ਆ ਗਈ ਆ, ਦੀਵਾਲੀ ਦੇ ਉੱਤੇ ਲੋਕਾਂ ਨੂੰ ਇਹ ਆਸ ਹੁੰਦੀ ਵੀ ਸਰਕਾਰ ਨੇ ਚਲੋ 6 ਮਹੀਨੇ 7 ਮਹੀਨੇ ਨਹੀਂ ਕੁਝ ਦਿੱਤਾ, ਹੁਣ ਕੁਝ ਦੇਗੀ, ਪਰ ਸਰਕਾਰ ਅਜੇ ਵੀ ਸੁੱਤੀ ਪਈ ਆ। ਦੀਵਾਲੀ ਤੇ ਕੀ ਮੰਗ ਹੈ ਤੁਹਾਡੀ? ਕੀ ਮੰਗ ਹੈ? ਮਿਹਨਤ ਇਹ ਹੈ ਵੀ ਜਿਹੜੇ ਪੁਰਾਣੀ ਪੈਨਸ਼ਨ ਉਹ ਲਾਗੂ ਕਰੋ
ਤੇ ਜਿਹੜੇ ਆਪਣੇ ਡੀਏ ਦੀਆਂ ਕਿਸ਼ਤਾਂ 10% ਰਹਿੰਦੀਆਂ ਉਹ ਲਾਗੂ ਕਰੋ ਤੇ ਕੱਚੇ ਮੁਲਾਜ਼ਮ ਪੱਕੇ ਕਰੋ। ਘੱਟੋ ਘੱਟ ਇਹ 3 ਮੰਗਾਂ ਜਿਹੜੀਆਂ, ਤੇ ਜਿਹੜੇ ਸਾਡੇ ਰਿਟਾਇਰੀ ਸਾਥੀ ਉਹਨਾਂ ਨੂੰ 2.59 ਦਾ ਗੁਨਾਹ ਦਿਓ। ਕੁਝ ਵੀ ਨਹੀਂ ਦਿੱਤਾ, ਦੀਵਾਲੀ ਸਿਰ ਤੇ ਆ ਕੇ ਖੜੀ ਆ। ਤੇ ਸਾਡੀ ਜਿਹੜੀ ਕਲੈਰੀਕਲ ਕਾਮਿਆਂ ਦੀ ਮਾਂ ਜਥੇਬੰਦੀ ਹੈਗੀ ਆ, ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ, ਉਹ ਹੜਤਾਲ ਤੇ ਹੈ 10 ਤਰੀਕ ਤੋਂ। ਔਰ ਮੈਂ ਖੁਦ ਔਰ ਸਾਡੇ ਸਾਥੀਆਂ ਨੇ ਸਰਕਾਰ ਨਾਲ ਰਾਬਤਾ ਕਾਇਮ ਕੀਤਾ। ਮੈਂ 2-3 ਵਾਰ ਸੀਐਮ ਆਫਿਸ ਜਾ ਚੁੱਕਿਆ, ਉੱਥੇ ਅਫਸਰਾਂ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੂੰ ਬੁਲਾਓ ਤੇ ਜਿਹੜੀ ਆ ਮੰਗਾਂ ਹੈਗੀਆਂ ਇਹ ਮੰਨੋ। ਤੇ ਬਾਕੀ ਜਿਹੜੀਆਂ ਛੋਟੀਆਂ-ਮੋਟੀਆਂ ਮੰਗਾਂ, ਜਿਵੇਂ ਕਿ ਉਹ ਕਹਿੰਦੇ ਵੀ 50 ਸਾਲ ਤੱਕ ਜਿਹੜੀ ਆ ਸੈਕਟਰੀਏਟ ਦੇ ਵਿੱਚ ਟਾਈਪ ਟੈਸਟ ਮਾਫ ਆ ਪ੍ਰਮੋਸ਼ਨ ਦੇ ਲਈ, ਉਹ ਸਾਡੇ ਕਰੋ। ਜਦ ਕਿ ਮੰਗ ਉਹਨਾਂ ਦੇ ਲਾਗੂ ਕਰਤਾ ਸੈਕਟਰੀਏਟ 'ਚ ਕੋਈ ਕੈਂਡੀਡੇਟ ਹੀ ਨਹੀਂ ਹੈਗਾ ਜਿਹਨੂੰ ਮੈਂ ਮਾਫ ਕਰਨਾ। ਹੁਣ ਇਹੋ ਜਿਹੀਆਂ ਨਿਗੂਣੀਆਂ ਮੰਗਾਂ ਜਿਨ੍ਹਾਂ ਦੇ ਉੱਤੇ ਇੱਕ ਪੰਜੀ ਦਾ ਖਰਚ ਨਹੀਂ ਆਂਦਾ, ਜੇ ਉਹ ਬੈਠ ਕੇ ਭਗਵੰਤ ਮਾਨ ਸਾਹਿਬ ਸੋਲਵ ਕਰਦੇ ਨੇ ਕੀ ਜਾਣਗੇ। ਪਰ ਉਹਨਾਂ ਦੀ ਨੀਅਤ ਹੀ ਨਹੀਂ ਹੈਗੀ ਕਿ ਅਸੀਂ ਜਿਹੜੇ ਆ ਮਸਲੇ ਹੱਲ ਕਰੀਏ। ਉਹ ਜਿਹੜੀ ਆ ਕਠਪੁਤਲੀ ਬਣੇ ਹੋਏ ਆ, ਦਿੱਲੀ ਤੋਂ ਚੱਲ ਰਹੇ ਆ। ਔਰ ਦਿੱਲੀ ਵਾਲਿਆਂ ਨੂੰ ਕੀ ਪਤਾ ਵੀ ਸਾਡੀਆਂ ਮੰਗਾਂ ਕੀ ਕਹਿੰਦੇ ਦਿੱਲੀ ਵਾਲੇ ਕਠਪੁਤਲੀ ਉਹਨਾਂ ਦੇ ਬਣੇ ਨੇ। ਅਰਵਿੰਦ ਕੇਜਰੀਵਾਲ ਤੇ ਆ ਕੇ ਇੱਥੇ ਟੈਂਕੀਆਂ, ਧਰਨਿਆਂ, ਨਾਅਰਿਆਂ 'ਚ ਆਪ ਗਏ ਸੀ। ਉਹ ਕਹਿੰਦੇ ਜਦੋਂ ਸਾਡੀ ਸਰਕਾਰ ਆ ਗਈ ਤੇ ਸਭ ਕੁਝ ਬੰਦ ਕਰ ਦਾਂਗੇ। ਜੇ ਉਹ ਕਠਪੁਤਲੀ ਵੀ ਮੰਨ ਲਈਏ ਤੇ ਉਹ ਵੀ ਇਹੀ ਕਹਿੰਦੇ ਹੋਣਗੇ ਵੀ ਇਹਨਾਂ ਦੀਆਂ ਮੰਗਾਂ ਮੰਨੋ। ਦੇਖੋ ਜੀ, ਦਿੱਲੀ ਉਹਨਾਂ ਨੇ ਝੂਠ ਮਾਰਿਆ। ਇੱਕ ਸਟੇਟ ਹਰਿਆਣਾ ਟੱਪ ਕੇ ਪੰਜਾਬ ਸੀ, ਸਾਡੇ ਲੋਕਾਂ ਨੇ ਠਾ ਵੋਟਾਂ ਉਹਨਾਂ ਨੂੰ ਦੇ ਕੇ ਜਿਤਾਤਾ। ਹੁਣ 7-8 ਸਟੇਟਾਂ ਪਾਰ ਗੁਜਰਾਤ ਚਲੇ ਜਾਂਦਾ। ਉਹ ਉਹੀ ਝੂਠ ਜੋ ਉਹਨਾਂ ਨੇ ਇੱਕ ਸਟੇਟ ਛੱਡ ਕੇ ਪੰਜਾਬ 'ਚ ਮਾਰਿਆ ਸੀ, ਹੁਣ ਉਹੀ ਝੂਠ ਜਿਹੜਾ ਗੁਜਰਾਤ 'ਚ ਚੱਲ ਪਿਆ। ਠੀਕ ਹੈ, ਉਹ ਟੈਂਕੀਆਂ ਤੇ ਆਏ, ਨੀਚੋਂ ਆ ਕੇ ਆਵਾਜ਼ਾਂ ਮਾਰਦੇ, ਉੱਤੇ ਜਾ ਕੇ ਉਹਨਾਂ ਨੂੰ ਜੂਸ ਪਿਆਉਂਦੇ ਸੀ, ਆਸ਼ਵਾਸਨ ਦਿੰਦੇ ਸੀਗੇ ਕਿ ਅਸੀਂ ਜਿਹੜੇ ਹੈਗੇ ਆ ਤੁਹਾਡੀਆਂ ਮੰਗਾਂ ਮੰਨਾਂਗੇ। ਪਰ 7 ਮਹੀਨੇ ਬੀਤ ਜਾਣ ਤੋਂ ਬਾਅਦ ਉਹਨਾਂ ਨੂੰ ਪੰਜਾਬ ਦਾ ਖਿਆਲ ਨਹੀਂ ਆਇਆ। ਤੇ ਹੁਣ ਇਹ ਪੰਜਾਬ ਨੂੰ ਜਿਹੜਾ ਪ੍ਰੋਜੈਕਟ ਕਰਕੇ ਗੁਜਰਾਤ 'ਚ ਕਰਾਂਦਾ, ਪ੍ਰੋਜੈਕਟ ਕਰਨਾ ਤੇ ਇਹ ਕਰੋ ਵੀ ਇੱਥੇ ਸਾਡਾ ਕਿਵੇਂ ਸ਼ੋਸ਼ਣ ਹੋ ਰਿਹਾ, ਅਸੀਂ ਕਿਵੇਂ ਰੋ ਰਹੇ ਨੇ ਹੈਗੇ ਨੇ। ਔਰ ਐਡਮਿਨਿਸਟ੍ਰੇਸ਼ਨ ਨਾਮ ਦੀ ਕੋਈ ਚੀਜ਼ ਨਹੀਂ ਹੈਗੀ, ਨਾ ਅਫਸਰ ਨੂੰ ਪਤਾ ਕੀ ਕਰਨਾ, ਨਾ ਮੰਤਰੀ ਨੂੰ ਪਤਾ ਕੀ ਕਰਨਾ। ਖਹਿਰਾ ਸਾਹਿਬ ਕਹਿੰਦੇ ਮੰਤਰੀਆਂ ਨੂੰ ਪਤਾ ਹੀ ਕੁਛ ਨਹੀਂ ਗਾ। ਮੰਤਰੀਆਂ ਨੂੰ ਪਤਾ ਸਭ ਕੁਝ ਹੈ, ਬਟ ਸਫੇਦ ਝੂਠ ਬੋਲ ਰਹੇ ਨੇ। ਜਦੋਂ ਪਿਛਲੇ ਪਟਿਆਲਾ ਦੇ ਵਿੱਚ ਅਸੀਂ ਇੱਕ ਰੈਲੀ ਕੀਤੀ ਸੀਗੀ, ਕਾਫੀ ਹੁਮਾ ਕੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਹੁਣ ਨੇਤਾ ਬਣੇ ਨੇ, ਚੀਮਾ ਸਾਹਿਬ ਜਿਹੜੇ ਕਿ ਸਾਡੇ ਫਾਈਨੈਂਸ ਮਿਨਿਸਟਰ ਨੇ, ਸਾਡੇ ਨਾਲ ਬੈਠੇ ਔਰ ਸਾਡੇ ਨਾਲ ਬੈਨਰ ਲੈ ਕੇ ਬੈਠੇ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਣੀ ਹੈ। ਜਦੋਂ ਕਾਂਗਰਸ ਪਾਰਟੀ ਦਾ ਟਾਈਮ ਸੀ, ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਣੀ ਹੈ। ਅੱਜ ਉਹ ਕਿੱਥੇ ਗਏ ਵਾਅਦੇ ਕਿ ਉਹਨਾਂ ਨੂੰ ਨਹੀਂ ਪਤਾ? ਇਹ ਤਾਂ ਕੁੰਭ ਕਰਨੀ ਨੀਂਦ ਸੁੱਤੇ ਪਏ ਨੇ। ਹਾਲੇ ਤਾਂ 6 ਮਹੀਨੇ ਹੋਏ ਕੁੰਭ ਕਰਨੀ ਨੀਂਦ ਗਿਆ, ਹਾਲੇ ਤਾਂ ਉਹਨਾਂ ਨੂੰ ਚਾਹ ਹੀ ਬੜਾ ਆ। ਸਰ ਚਾਹ ਤਾਂ ਠੀਕ ਹੈ, ਪਰ ਮੁਲਾਜ਼ਮ ਜਿਹੜੇ ਕਿ ਇਹਨਾਂ ਦੀ ਰੀੜ੍ਹ ਦੀ ਹੱਡੀ ਹੈ, ਉਹਨਾਂ ਤੇ ਵਾਰ ਨਾ ਕਰਨ। ਮਹਿੰਗਾਈ ਦਿਨ ਬ ਦਿਨ ਵੱਧ ਰਹੀ ਹੈ। ਅੱਜ ਦੇਖੋ ਕਰਵਾ ਚੌਥ ਦਾ ਤਿਉਹਾਰ ਹੈ, ਕੱਲ ਮੈਂ ਵੀ ਮਹਿੰਦੀ ਲਵਾਉਣ ਗਈ ਤੇ ਉੱਥੇ ਜਾ ਕੇ ਕਹਿੰਦੇ ਜੀ 500 ਰੁਪਏ ਰੇਟ ਹੈ 2 ਹੱਥਾਂ ਤੇ ਮਹਿੰਦੀ ਲਵਾਉਣ ਦਾ। ਮੈਂ ਤਾਂ ਮਹਿੰਦੀ ਨਹੀਂ ਲਵਾਈ। ਉਹੀ ਆਪਣੇ ਘਰ ਦੇ ਵਿੱਚ ਕੋਈ ਸਮਾਨ ਲਿਆਏ, ਬੰਦਾ ਰਾਸ਼ਨ ਪਾਣੀ ਲਿਆਏ। ਸਾਡਾ ਤਾਂ ਡੀਏ ਵੀ ਨਹੀਂ ਵਧਿਆ, ਅਸੀਂ ਤਾਂ 28% ਡੀਏ ਤੇ ਬੈਠੇ ਹਾਂ। ਇਹ ਕਿਹੜੇ ਦਫ਼ਤਰ ਕੰਮ ਕਰਦੇ? ਮੈਂ ਵਿੱਤੀ ਕਮਿਸ਼ਨਰ ਸਕੱਤਰੇਤ ਵਿੱਚ ਜਨਰਲ। ਸਕੱਤਰੇਤ ਦੇ ਵਿੱਚ ਹੜਤਾਲ ਚੱਲ ਰਹੀ? ਸਰ ਦਿਲਾਂ ਦੇ ਵਿੱਚ ਤਾਂ ਹੜਤਾਲ ਹੀ ਬੈਠੀ ਹੈ ਸਰਕਾਰ ਦੇ ਪ੍ਰਤੀ। ਮੈਂ ਪੁੱਛ ਰਿਹਾ ਸਕੱਤਰੇਤ ਤੇ ਹੜਤਾਲ ਚੱਲ ਰਹੀ? ਸਰ ਸਾਨੂੰ ਇਹ ਮਜਬੂਰ ਕਰ ਰਹੇ ਨੇ ਹੜਤਾਲ ਕਰਨ ਨੂੰ। ਅੱਜ ਅਸੀਂ ਤਾਈਓ ਆਏ ਆ। ਨਹੀਂ ਚੱਲ ਰਹੀ ਸਰ, ਸਾਨੂੰ ਇਹ ਵਿਵਸ਼ ਕੀਤਾ ਜਾ ਰਿਹਾ, ਅਸੀਂ ਸਮਰਥਨ ਕਰ ਰਹੇ ਹਾਂ। 5 ਦਿਨ ਹੋ ਮੇਰਾ ਗਏ। ਸਵਾਲ ਹੈ ਵੀ ਜੇ ਹੜਤਾਲ ਨਹੀਂ ਚੱਲ ਰਹੀ ਤੇ ਕੀ ਸਕੱਤਰੇਤ ਦੇ ਮੁਲਾਜ਼ਮਾਂ ਨੂੰ ਡੀਏ ਮਿਲ ਗਿਆ? ਸਰ ਕੋਈ ਡੀਏ ਨਹੀਂ ਮਿਲਿਆ, ਪਰ ਅਸੀਂ ਸਰਕਾਰ ਨੂੰ ਤਿਆਰੀ ਕਰ ਰਹੇ। ਸਕੱਤਰੇਤ ਦੇ ਮੁਲਾਜ਼ਮ ਇਹ ਹੜਤਾਲ ਦੀ ਤਿਆਰੀ ਕਰ ਰਿਹਾ। ਸੋਚਾਂ ਦੀ ਟਰਾਂਸਪੋਰਟ ਡਿਪਾਰਟਮੈਂਟ ਕਹਿੰਦੇ ਬਹੁਤ ਤਰੱਕੀ ਕਰ ਲਈ ਆ। ਲਾਲਜੀਤ ਭੁੱਲਰ ਜੀ ਤਾਂ ਕਹਿੰਦੇ ਵੀ ਕਮਾਈ ਬੜੀ ਕਰ ਲਈ। ਵੇਖੋ ਜੀ, ਸਾਡੀਆਂ ਬੱਸਾਂ ਜਿਹੜੀਆਂ ਨੇ ਉਹ ਤੇਲ ਖੁਣੋਂ ਖੜੀਆਂ ਨੇ ਜੀ। ਬੱਸਾਂ ਦੀ ਸਰਵਿਸ ਕਰਾਉਣ ਵਾਸਤੇ ਕਈ ਡਿਪੂਆਂ ਦੇ ਵਿੱਚ ਫਿਲਟਰ ਲੈਣ ਲਈ ਪੈਸੇ ਨਹੀਂ ਹੈਗੇ ਜੀ। ਔਰ ਜਿਹੜਾ ਫ੍ਰੀ ਸਰਵਿਸ ਚਲਾਈ ਹੈ, ਲੋਕਾਂ ਦੀ ਕਿਸੇ ਦੀ ਡਿਮਾਂਡ ਹੈ ਨਹੀਂ ਸੀ ਜੀ। ਉਹਨੇ ਲੱਕ ਤੋੜ ਕੇ ਰੱਖਦਾ ਟਰਾਂਸਪੋਰਟ ਡਿਪਾਰਟਮੈਂਟ ਦਾ। ਪਤਾ ਨਹੀਂ ਭੁੱਲਰ ਸਾਹਿਬ ਕਿੱਥੋਂ ਅੰਕੜੇ ਲੈ ਕੇ ਆਏ ਨੇ, ਸਾਨੂੰ ਇਸ ਗੱਲ ਭੁੱਲਰ ਸਾਹਿਬ ਗਲਤੀ ਅੰਕੜੇ ਦੇ ਜਾਂਦੇ। ਇਹ ਤਾਂ ਹੁਣ ਉਹੀ ਉਹਨਾਂ ਤੋਂ ਪੁੱਛਿਆ ਜਾ ਸਕਦਾ, ਪਰ ਜੋ ਸਾਡੇ ਕੋਲ ਕਿਤਾਬਾਂ ਦੇ ਵਿੱਚ ਹੈ, ਇਸ ਟਾਈਮ ਟਰਾਂਸਪੋਰਟ ਡਿਪਾਰਟਮੈਂਟ ਜਿਹੜਾ ਖਤਮ ਹੋਣ ਦੀ ਕਗਾਰ ਤੇ ਹੈ ਜੀ। ਔਰ ਉਹ ਮੰਤਰੀ ਸਾਹਿਬ ਕਹਿ ਰਹੇ ਵੀ ਇੰਨੀ ਵਾਧਾ ਹੋ ਗਿਆ। ਇੱਥੇ ਹੈੱਡ ਆਫਿਸ ਹਾਂਜੀ, ਹੈੱਡ ਆਫਿਸ ਜੀ। ਤੇ ਜਿਹੜੇ ਬੱਸਾਂ ਚਲਾਉਂਦੇ ਨੇ ਡਰਾਈਵਰ ਕੰਡਕਟਰ 7000 ਦੇ ਕਰੀਬ, ਜਿਨ੍ਹਾਂ ਨੂੰ ਤਨਖਾਹ ਜਿਹੜੀ 300 ਰੁਪਏ ਸ਼ਾਇਦ ਦਿਹਾੜੀ ਮਿਲਦੀ ਹੈ, ਉਧਰ ਉਹ ਰੋ ਰਹੇ, ਉਧਰ ਤੁਹਾਡੀ ਪਰੇਸ਼ਾਨੀ। ਮੈਂ ਉਸੇ ਗੱਲ ਤੇ ਆਉਣਾ ਚਾਹੁੰਦਾ ਸੀ। ਜਦੋਂ ਕਿਸੇ ਮਜ਼ਦੂਰ ਨੂੰ ਉਹਦੀ ਮਜ਼ਦੂਰੀ ਪੂਰੀ ਨਾ ਮਿਲੇਗੀ ਤਾਂ ਕੀ ਕਰੇਗਾ? ਚੋਰੀ ਕਰੇਗਾ ਨਾ ਜੀ। ਲੋਕਾਂ ਨੂੰ ਇਹ ਉਮੀਦ ਸੀ ਵੀ ਇਹ ਆਮ ਲੋਕਾਂ ਦੀ ਸਰਕਾਰ ਹੋਏਗੀ ਔਰ ਜਿਹੜਾ ਬੰਦਾ ਕੋਈ ਕੰਮ ਕਰੇਗਾ ਉਹਨੂੰ ਪੂਰੀ ਉਜਰਤ ਮਿਲੇਗੀ। ਸਭ ਤੋਂ ਵੱਡੀ ਬੇਇਨਸਾਫੀ ਇਹ ਹੈ ਵੀ ਕਿਸੇ ਮਜ਼ਦੂਰ ਨੂੰ ਉਹਦੀ ਪੂਰੀ ਮਜ਼ਦੂਰੀ ਨਾ ਦੇਣਾ। ਔਰ ਉਹ ਜੇ ਚੋਰੀ ਕਰਦਾ ਬੰਦਾ ਜਾਂ ਕੋਈ ਗਲਤ ਕੰਮ ਕਰਦਾ, ਉਹਦੇ ਲਈ ਉਹ ਜ਼ਿੰਮੇਵਾਰ ਨਹੀਂ ਹੁੰਦਾ, ਉਹਦਾ ਜਿਹੜਾ ਇੰਪਲਾਇਰ ਹੁੰਦਾ ਉਹ ਜ਼ਿੰਮੇਵਾਰ ਹੁੰਦਾ। ਔਰ ਲੋਕਾਂ ਦੀਆਂ ਜਿਹੜੀਆਂ ਆਸਾਂ ਸੀ ਉਹਨਾਂ ਤੇ ਇਸ ਸਰਕਾਰ ਨੇ ਪਾਣੀ ਫੇਰ ਦਿੱਤਾ ਹੈ। ਸਾਨੂੰ ਇਹ ਉਮੀਦ ਸੀ ਵੀ ਭਗਵੰਤ ਮਾਨ ਜੀ ਜਿਹੜੇ ਨੇ ਉਹ ਆਮ ਲੋਕਾਂ ਦੇ ਵਿੱਚੋਂ, ਪਿੰਡਾਂ ਦੇ ਵਿੱਚੋਂ ਉੱਠੇ ਨੇ। ਹਰ ਬੰਦੇ ਨੂੰ ਉਮੀਦ ਸੀ, ਤਾਂ ਹੀ ਇੰਨਾ ਬੰਪਰ ਜਿਹੜਾ ਹੈ ਉਹਨਾਂ ਨੂੰ ਮੈਜੋਰਿਟੀ ਮਿਲੀ ਹੈ। ਪਰ ਉਹਨਾਂ ਉਮੀਦਾਂ ਤੇ ਸਾਨੂੰ ਅੱਜ ਪਾਣੀ ਫਿਰਦਾ ਨਜ਼ਰ ਆਉਂਦਾ। ਮਾਨ ਸਾਹਿਬ ਨੂੰ ਬੇਨਤੀ ਹੈ ਕਿ ਉਹ ਬਾਕੀ ਰੁਝੇਵਿਆਂ ਨੂੰ ਛੱਡ ਕੇ ਆਮ ਲੋਕਾਂ ਦੀ ਗੱਲ ਸੁਣੋ। ਮੈਂ ਹੈਰਾਨ ਰਹਿ ਗਿਆ, ਕੱਲ੍ਹ ਹੀ ਖਬਰਾਂ ਸੁਣ ਰਿਹਾ ਸੀ, ਟੀਚਰ ਜਿਹੜੇ
ਕੁੜੀਆਂ ਜਿਹੜੀਆਂ ਨੇ ਉਹ ਟੈਂਕੀ ਤੇ ਚੜੀਆਂ ਹੋਈਆਂ ਔਰ ਸਿੱਖਿਆ ਮੰਤਰੀ ਸਾਹਿਬ ਬਿਆਨ ਦੇ ਰਹੇ ਵੀ ਮੈਂ ਉਹਨਾਂ ਨਾਲ ਕੋਈ ਗੱਲ ਨਹੀਂ ਕਰਨੀ। ਮੈਨੂੰ ਇਸ ਗੱਲ ਤੇ ਪਹਿਲਾਂ ਥੱਲੇ ਉਤਰਨ ਫੇਰ ਗੱਲ ਕਰਾਂ। ਥੱਲੇ ਉਹਨਾਂ ਨੂੰ ਉਤਰਨ ਵਾਸਤੇ ਕਹੇਗੀ ਸਰਕਾਰ ਤੇ ਉਹ ਕਿਉਂ ਨਾ ਉਤਰਨਗੇ। ਉਹਨਾਂ ਦਾ ਜੀ ਕਰਦਾ ਲਗਾਤਾਰ 7-8 ਦਿਨ ਤੋਂ ਉੱਤੇ ਚੜੇ ਬੈਠੇ ਜੀ, ਪਰ ਉਹਨਾਂ ਨੂੰ ਪੂਰੀ ਉਜਰਤ ਨਹੀਂ ਮਿਲੀ। ਜਿੰਨਾ ਚਿਰ ਜਿਹੜਾ ਕੌਮ ਦਾ ਨਿਰਮਾਤਾ ਹੈ ਉਹ ਹੀ ਨਹੀਂ ਖੁਸ਼। ਬਾਹਰਲੇ ਮੁਲਕਾਂ ਜਾਓ, ਜੇ ਡਾਕਟਰ ਹੈ ਭਾਵੇਂ ਉਹ ਪ੍ਰਾਈਵੇਟ ਹੈ, ਚਾਹੇ ਟੀਚਰ ਹੈ, ਚਾਹੇ ਕੋਈ ਹੋਰ ਕੰਮ ਕਰਨ ਵਾਲਾ, ਉਹਨੂੰ ਪੂਰੀ ਉਜਰਤ ਮਿਲਦੀ ਹੈ। ਸਾਡੀ ਜਵਾਨੀ ਹੈ ਜਿਹੜਾ ਚੰਗਾ ਬੱਚਾ ਪੜ੍ਹ ਲਿਖ ਜਾਂਦਾ ਉਹ ਬਾਹਰ ਨੂੰ ਭੱਜ ਰਿਹਾ। ਕਿਉਂ ਭੱਜ ਚਲੋ ਆਸ ਕਰਨੀ ਚਾਹੀਦੀ। ਮਾਨ ਸਾਹਿਬ ਤਾਂ ਕਹਿੰਦੇ ਮੈਂ ਦਿਨ ਰਾਤ ਕੰਮ ਕਰਦਾ, ਬੜੇ ਵੱਡੇ ਦਫ਼ਤਰ 'ਚ ਕੰਮ ਕਰਦੇ। ਕੀ ਹੈ ਸਰਕਾਰ ਦਾ ਹਾਲ? ਸਰ ਸਰਕਾਰ ਦਾ ਹਾਲ ਅਸੀਂ ਜੋ ਦੇਖਦੇ ਹਾਂ, ਸਿਰਫ ਸਰਕਾਰ ਦਾ ਨਾਮ ਹੀ ਬਦਲਿਆ, ਆਮ ਆਦਮੀ ਪਾਰਟੀ ਸਰਕਾਰ। ਅਸੀਂ ਬੜੇ ਚਾਵਾਂ ਨਾਲ ਸਾਡੇ ਸਾਰੇ ਮੁਲਾਜ਼ਮ ਸਾਥੀਆਂ ਨੇ ਵੋਟਾਂ ਪਾਈਆਂ ਸੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਊ, ਸ਼ਾਇਦ ਸਾਡੀਆਂ ਮੁਲਾਜ਼ਮਾਂ ਦੀਆਂ ਮੰਗਾਂ ਸੁਣੂ। ਕਿਉਂਕਿ ਜਦੋਂ ਸਾਡੇ ਧਰਨੇ ਹੁੰਦੇ ਸੀ, ਮਾਣਯੋਗ ਚੀਮਾ ਸਾਹਿਬ ਮੰਤਰੀ ਸਾਹਿਬ ਸਾਡੇ ਨਾਲ ਫੱਟੀਆਂ ਲੈ ਕੇ ਬੈਠਦੇ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਵਾਂਗੇ। ਚੀਮਾ ਸਾਹਿਬ ਬੈਠਦੇ ਰਹੇ ਧਰਨਿਆਂ 'ਚ? ਬਿਲਕੁਲ ਬੈਠਦੇ ਰਹੇ ਆ ਸਰ। ਤੇ ਹੁਣ ਵੀ ਅਸੀਂ 3-4 ਵਾਰ ਚੀਮਾ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਆ, ਉਹ ਸਾਨੂੰ ਮਿਲਣ ਦਾ ਸਮਾਂ ਹੀ ਨਹੀਂ ਦਿੰਦੇ। ਤੇ ਅਸੀਂ ਉਹਨਾਂ ਨੂੰ ਬਾਰ-ਬਾਰ ਆਪਣੀਆਂ ਮੰਗਾਂ ਬਾਰੇ ਜਿਹੜੀਆਂ ਜਾਣੂ ਕਰਵਾਉਣੇ ਆ ਵੀ ਸਾਡੀ ਜਿਹੜੀ ਪੁਰਾਣੀ ਪੈਨਸ਼ਨ ਆ ਉਹ ਬਹਾਲ ਕੀਤੀ ਜਾਵੇ, ਸਾਡਾ ਡੀਏ ਆ ਜਿਹੜਾ ਉਹ ਦਿੱਤਾ ਜਾਵੇ, ਜਿਹੜਾ ਪ੍ਰੋਬੇਸ਼ਨ ਪੀਰੀਅਡ ਆ ਜਿਹੜਾ 3 ਸਾਲ ਦਾ ਕੀਤਾ ਉਹ ਜਿਹੜੀ ਉਹਦੀ 3 ਸਾਲ ਦੇ ਪੀਰੀਅਡ ਦੀ ਹੈ ਤਨਖਾਹ ਫੁੱਲ ਦਿੱਤੀ ਜਾਵੇ, ਤੇ ਪ੍ਰੋਬੇਸ਼ਨ ਪੀਰੀਅਡ ਆ ਜਿਹੜਾ 3 ਸਾਲ ਤੋਂ ਘਟਾ ਕੇ 2 ਸਾਲ ਕੀਤਾ ਜਾਵੇ। ਸਾਡੀ ਬਾਰ-ਬਾਰ ਪੰਜਾਬ ਸਰਕਾਰ ਨੂੰ, ਮਾਨ ਸਾਹਿਬ ਨੂੰ ਬੇਨਤੀ ਆ ਕਿ ਦੀਵਾਲੀ ਦੇ ਬਹੁਤ ਦਿਨ ਨੇੜੇ ਆ ਗਏ ਤੇ ਸਾਨੂੰ ਜਿਹੜਾ ਜਲਦੀ ਤੋਹਫਾ ਮੁਲਾਜ਼ਮ ਪੱਕੇ ਕਰਨ ਦਾ, ਡੀਏ ਦਾ ਤੇ ਪੁਰਾਣੀ ਪੈਨਸ਼ਨ ਜਿਹੜੀ ਆ ਲਾਗੂ ਕਰਨ ਦਾ ਤੋਹਫਾ ਦੇ ਦੇਣ। ਜੇ ਨਾ ਦਿੱਤੇ ਪੀਐਸਐਮਯੂ ਦੀ ਹੜਤਾਲ ਚੱਲ ਰਹੀ ਆ, ਅਸੀਂ ਵੀ ਉਹਦਾ ਸਮਰਥਨ ਕਰਦੇ ਆ ਤੇ ਅਸੀਂ ਵੀ ਆਪਣੀ ਜਿਹੜੀ ਆ ਹੜਤਾਲ ਤੇ ਜਾਵਾਂਗੇ। ਬੇਨਤੀ ਕਰਦੇ ਆ ਸਰਕਾਰ ਨੂੰ ਵੀ ਜਲਦੀ ਸਾਡੀਆਂ ਮੰਗਾਂ ਵੱਲ ਧਿਆਨ ਦੇਵੇ। ਜੇ ਸਾਡੀ ਸਕੱਤਰੇ 'ਚ ਨਾਅਰੇ ਕਦੋਂ ਗੂੰਜਣਗੇ? ਸਕੱਤਰੇ ਦੇ ਨਾਅਰੇ ਸਾਡੀ ਪੰਜਾਬ ਮੁਲਾਜ਼ਮ ਸਾਂਝਾ ਮੰਚ ਦੀ ਮੀਟਿੰਗ ਹੋਣ ਜਾ ਰਹੀ ਹੈ। ਇੱਕ ਅੱਧੇ ਦਿਨ 'ਚ ਜੋ ਫੈਸਲਾ ਮੁਲਾਜ਼ਮ ਮੰਚ ਦਾ ਹੋਏਗਾ ਉਹ ਹਿਸਾਬ ਨਾਲ, ਜੇ ਸਾਨੂੰ ਸਟ੍ਰਾਈਕ ਕਰਨੀ ਪਈ ਸਟ੍ਰਾਈਕ ਕਰਾਂਗੇ, ਜੇ ਸਾਨੂੰ ਭੁੱਖ ਹੜਤਾਲ ਕਰਨੀ ਪਈ ਭੁੱਖ ਹੜਤਾਲ ਕਰਾਂਗੇ ਤੇ ਜਲਦੀ ਹੀ ਐਕਸ਼ਨ ਲਏ ਜਾਣਗੇ ਜੀ। ਸਰਕਾਰ ਨਵੀਂ, ਨਾਅਰੇ ਪੁਰਾਣੇ। ਦੇਖੋ ਜੀ, ਸਰਕਾਰ ਜਿਹੜੀ ਆਈ ਆ ਸਾਨੂੰ ਇਮੋਸ਼ਨਲੀ ਬਲੈਕਮੇਲ ਕਰਕੇ, ਜਿਵੇਂ ਪਹਿਲਾਂ ਸਾਨੂੰ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਸਾਨੂੰ ਧਰਮ ਦੇ ਨਾਂ ਤੇ ਜੋੜ ਲਿਆ ਜੀ, ਕਾਂਗਰਸ ਲਿਆਓ ਤੇ ਅਸੀਂ ਐਂ ਕਰ ਦਾਂਗੇ ਉਹ ਕਰ ਦਾਂਗੇ, ਪਰ ਕੀਤਾ ਕੁਛ ਨਹੀਂ। ਇਹਨਾਂ ਨੇ ਬਲੈਕਮੇਲ ਸਾਨੂੰ ਇਦਾਂ ਕੀਤਾ ਵੀ ਵਿੱਚ ਵੜ ਕੇ ਸਾਡੇ ਵੀ ਅਸੀਂ ਤਾਂ ਆਮ ਬੰਦੇ ਹੈਗੇ ਆ। ਅੱਜ ਦੀ ਰੇਟ 'ਚ ਮੈਂ ਤੁਹਾਨੂੰ ਦੱਸਦਾ, ਮਾਨ ਸਾਹਿਬ ਜਿਹੜੇ ਬੰਦਿਆਂ ਨਾਲ ਵਾਲੀਬਾਲ ਬੰਦੇ ਤੇ ਆਮ ਹੀ ਆ, ਜਿਹੜੇ ਜਿੱਤ ਕੇ ਆਏ ਆਮ ਬੰਦੇ ਹੀ ਆ। ਬੰਦੇ ਆਮ ਸੀਗੇ ਪਰ ਇਹ ਖਾਸ ਬਣ ਗਏ ਆ। ਜਦੋਂ ਆਮ ਸੀਗੇ ਅਸੀਂ ਉਹਨਾਂ ਨੂੰ ਨਾਲ ਜੋੜ ਕੇ 90% ਇੰਪਲਾਈਜ਼ ਨੇ ਉਹਨਾਂ ਨੂੰ ਵੋਟਾਂ ਪਾ ਕੇ, ਆਪਣੇ ਘਰਦਿਆਂ ਨੂੰ ਕਹਿ ਕੇ 10-10 ਵੋਟਾਂ ਹੋਰ ਪਵਾ ਕੇ ਇਹਨਾਂ ਨੂੰ ਅੱਗੇ ਲਿਆਉਂਦਾ। ਜਦੋਂ ਇਹ ਅੱਗੇ ਆ ਗਏ ਖਾਸ ਬਣ ਗਏ ਤੇ ਸਾਡੀ ਹੀ ਆਵਾਜ਼ ਨਹੀਂ ਸੁਣ ਰਹੇ। ਜਿਹੜੇ ਬੰਦੇ ਨਾਲ ਵਾਲੀਬਾਲ ਖੇਡਦੇ ਸੀ ਮਾਨ ਸਾਹਿਬ ਨਾਲ, ਅੱਜ ਉਹਨਾਂ ਨੂੰ ਮਿਲਣ ਨੂੰ ਟਾਈਮ ਮੰਗਣਾ ਪੈ ਰਿਹਾ ਵੀ ਸਾਨੂੰ ਮਿਲ ਲਓ। ਇਹੋ ਜਿਹੀ ਤਰਾਸਦੀ ਹੋ ਰਹੀ ਹੈ। ਜੇ ਆਪਾਂ ਸਿੰਪਲ ਜੀ ਗੱਲ ਕਰ ਲਈਏ, ਇਹ ਕਹਿੰਦੇ ਜੀ ਬਦਲਾਓ ਵਾਲੀ ਸਰਕਾਰ ਹੈ। ਮੈਂ ਤਾਂ ਇੱਕ ਕਹੂੰਗਾ ਬਦਲਾਓ ਨਹੀਂ, ਬਦ ਲਿਆਓ ਵਾਲੀ ਸਰਕਾਰ ਹੈ। ਇਹ ਭੈੜਾ ਜਿੰਨਾ ਆ ਸਕਦਾ। ਜਲਦੀ ਨਿਰਾਸ਼ ਹੋ ਗਿਆ, 7 ਮਹੀਨੇ ਤੇ ਹੋ ਲੈਂਦਾ। ਜਿਹੜੇ ਸਾਨੂੰ ਇਹਨਾਂ ਨੇ ਹਵਾਈ ਮਹਿਲ ਖੜੇ ਕੀਤੇ ਸੀਗੇ ਜੀ ਵੀ ਅਸੀਂ ਇੰਜ ਕਰ ਦਾਂਗੇ, ਉਂਝ ਕਰ ਦਾਂਗੇ, ਸਾਡਾ ਰੇਤੇ ਤੇ ਕੰਟਰੋਲ ਹੋ ਜਾਊਗਾ, ਸਾਡਾ ਲਿਕਵਰ ਤੇ ਕੰਟਰੋਲ ਹੋਊ, ਸਾਡਾ ਐਕਸਾਈਜ਼ ਤੇ ਕੰਟਰੋਲ ਹੋ ਜਾਊ। ਇੱਕ ਵੀ ਚੀਜ਼ ਦੱਸ ਦਿਓ, ਇੱਕ ਵੀ ਫੀਲਡ 'ਚ ਕਾਮਯਾਬ ਹੋਏ ਹੁਣ 6 ਮਹੀਨੇ ਦੇ ਵਿੱਚ ਦੱਸ ਦਿਓ ਵੀ ਇਹਨਾਂ ਦੀ ਇਨਕਮ ਕੋਈ ਘਟੀ ਹੋਵੇ। ਇਨਕਮ ਤਾਂ ਵਧੀ ਮਾਨ ਸਰਕਾਰ ਨੇ ਕਰਪਸ਼ਨ ਦੇ ਵਿਰੁੱਧ ਬਹੁਤ ਵੱਡੇ ਕਦਮ ਚੁੱਕੇ ਆ। ਇਹ ਸਿਰਫ ਹਵਾਈ ਗੱਲਾਂ ਜੀ। ਜਾ ਕੇ ਫੀਲਡ 'ਚ ਪਤਾ ਕਰੋ, ਤਹਿਸੀਲ ਲੈਵਲ ਤੇ ਪਤਾ ਕਰੋ। ਐਸਡੀਐਮ ਫੜਾਉਂਦਾ ਵੀ ਆ ਤੁਸੀਂ ਰਜਿਸਟਰੀ ਕਰਾਣੀ ਆ, ਫਾਰਮ ਭਰ ਕੇ ਲਿਆਓ। ਆਮ ਬੰਦਾ ਜਿਹੜਾ ਹੈਗਾ ਉਹਦੀਆਂ ਜਿਹੜੀਆਂ ਆਪਸ਼ਨਸ ਦਿੱਤੀਆਂ ਹੋਈਆਂ ਕਦੇ ਵੀ ਪੂਰੀਆਂ ਨਹੀਂ ਕਰ ਸਕਦਾ। ਸੁਸ਼ੀਲ ਜੀ, ਕਿੱਦਾਂ ਸੈਕਟਰੀ ਦਾ ਕੀ ਹਾਲ ਹੈ? ਸੈਕਟਰੀ ਦਾ ਇਦਾਂ ਜੀ, ਹੁਣ ਜਿਵੇਂ ਫੀਲਡ ਦੇ ਵਿੱਚ ਸਟ੍ਰਾਈਕ ਚੱਲ ਰਹੀ ਹੈ, ਤੁਹਾਨੂੰ ਮੈਂ ਇੱਕ ਮਿਸਾਲ ਦੇਣਾ। ਇੱਕ ਪਟਿਆਲੇ ਆਰਮਡ ਜਿਹੜੀ ਡਿਵੀਜ਼ਨ ਹੈ ਨਾ ਜੀ, ਉਹ ਜਦ ਸਾਰਾ ਕੁਝ ਐਕਟਿਵ ਹੋ ਜਾਂਦਾ ਨਾ ਜੀ, ਬੱਸ 'ਚ ਨਹੀਂ ਰਹਿੰਦਾ, ਫਿਰ ਉਹ ਮੂਵ ਕਰਦੀ ਆ। ਤਾਂ ਸੈਕਟਰੀਏਟ ਹੋਇਆ, ਜਿਸ ਦਿਨ ਸੈਕਟਰੀਏਟ ਮੂਵ ਕਰ ਗਿਆ ਤਾਂ ਉਸ ਦਿਨ ਪਿੱਛੇ ਹਟਣ ਵਾਲਾ ਨਹੀਂ ਆ। ਉਸ ਦਿਨ ਸਾਰਾ ਪੰਜਾਬ ਟੋਟਲੀ ਬੰਦ ਹੋਏਗਾ। ਅਸੀਂ ਇਹ ਚਾਹੁੰਦੇ ਹਾਂ ਸਰਕਾਰ ਜਲਦੀ ਫੀਲਡ ਦੀ ਜਿਹੜੀ ਪੀਐਸਐਮਐਸਸੀ ਦੀ ਮੰਗਾਂ ਨੂੰ ਸੁਣੇ, ਗੱਲਬਾਤ ਕਰੇ ਟੇਬਲ ਤੇ ਬੈਠ ਕੇ, ਜੋ ਦੇਣ ਵਾਲੀਆਂ ਤੁਰੰਤ ਦੇਣ। ਤੇ ਬਾਕੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਜਿਹੜੀ ਇੱਕ 2018 ਦੇ ਵਿੱਚ ਰੈਲੀ ਹੋਈ ਸੀ ਦਿੱਲੀ ਦੇ ਵਿੱਚ, ਅੰਦੋਲਨ ਸੀ, ਰੈਲੀ ਨਹੀਂ ਅੰਦੋਲਨ ਸੀ। ਉਹਦੇ ਸਾਡੇ ਕੇਜਰੀਵਾਲ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਮੈਂ ਅੱਜ ਹੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾ ਕੇ ਪੈਨਸ਼ਨ ਲਾਗੂ ਕਰਾਂਗਾ ਦਿੱਲੀ ਦੇ ਵਿੱਚ। ਤੇ ਬਾਕੀ ਦੇ ਮੁੱਖ ਮੰਤਰੀਆਂ ਨੂੰ ਮੈਂ ਕਹਾਂਗਾ ਕਿ ਜਲਦੀ ਪੈਨਸ਼ਨ ਲਾਗੂ ਕਰਨ, ਕਿਉਂਕਿ ਇਹਨਾਂ ਦਾ ਰੋਸ ਸਾਂਭਿਆ ਨਹੀਂ ਸਾਹਮਣਾ। ਉਹ ਤੋਂ ਬਾਅਦ ਜਦ ਇਲੈਕਸ਼ਨ ਹੋਏ ਪਿਛਲੇ ਵਿਧਾਨ ਸਭਾ, ਉਹਦੇ 'ਚ ਐਨਪੀਐਸ ਦੇ 90% ਬੰਦਿਆਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਕੀਤਾ। ਤੇ ਹੁਣ ਇਹ ਜਿਹੜੀ ਕਹਿ ਰਹੇ ਅਸੀਂ ਪੈਨਸ਼ਨ ਲਾਗੂ ਕਰ ਰਹੇ ਹਾਂ, ਉਹਦੇ ਵਿੱਚ ਪੈਨਸ਼ਨ ਕਿਆ ਲਾਗੂ ਕਰ ਰਹੇ ਹਾਂ? ਜਿਹੜੀ ਸਾਡਾ ਲਾਸਟ ਪੇਡ ਰਾਨ ਹੋਏਗਾ ਉਹਦੇ ਤੇ 50% ਦੇਣਗੇ, ਸਾਨੂੰ ਡੀਏ ਨਹੀਂ ਲਗਾ ਰਹੇ। ਇੱਕ ਤਾਂ ਡੀਏ ਨਹੀਂ ਲਾ ਰਹੇ, ਡੀਏ ਤਾਂ ਸਾਨੂੰ ਜ਼ਰੂਰੀ ਹੈ। ਸਾਨੂੰ ਇਹ ਪੰਜਾਬ ਸਿਵਲ ਸਰਵਿਸ ਵਾਲੀਅਮ ਪਾਰਟ 2 ਜਿਹੜਾ ਸਾਡੇ ਦਾ ਲਾਗੂ ਹੋਵੇ। ਉਹ ਤੋਂ ਇਲਾਵਾ ਜਿਹੜੀ ਡੀਏ ਦੀਆਂ ਕਿਸ਼ਤਾਂ, ਜਿਵੇਂ ਸਾਡੇ ਆਈਐਸ ਆਈਪੀਐਸ ਅਫਸਰ ਹੈ, ਉਹਨਾਂ ਨੂੰ ਜਿਹੜਾ ਹੈ ਡੀਏ ਜਿਹੜਾ ਤੁਰੰਤ ਡੇਟ ਤੋਂ ਜਿਵੇਂ ਹੀ ਸੈਂਟਰ ਅਨਾਉਂਸ ਕਰਦਾ। ਇਹ ਸਮਝ ਨਹੀਂ ਆਈ, ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਅਮੀਰ ਸਮਝਦੀ ਹੈ, ਆਈਐਸ ਆਈਪੀਐਸ ਅਫਸਰਾਂ ਨੂੰ ਗਰੀਬ ਸਮਝਦੀ ਹੈ। ਗਰੀਬ ਨਹੀਂ, ਮੈਂ ਤਾਂ ਇਹ ਕਹਾਂਗਾ ਬਹੁਤ ਗਰੀਬ ਹੈ ਜੀ। ਇਹ ਤਾਂ ਆਈਐਸ ਆਈਪੀਐਸ ਅਫਸਰ ਬਹੁਤ ਗਰੀਬ ਹੈ, ਇਹਨਾਂ ਨੂੰ ਪੈਸੇ ਦੀ ਬਹੁਤ ਲੋੜ ਹੈ। ਇੱਕ ਕਲਾਸ 4 ਹੈ ਜਿਹਨੇ ਤਿਉਹਾਰ ਮਨਾ ਰਹੇ ਹੁੰਦੇ ਕਿ ਮੈਨੂੰ ਡੀਏ ਮਿਲੇਗਾ ਜਾਂ ਮੇਰੀ ਕੁਝ ਹੋਰ ਵਾਧਾ ਮਿਲੇਗਾ, ਤਾਂ ਉਹ ਜਾ ਕੇ ਤਿਉਹਾਰ ਮਨਾਏਗਾ। ਪਰ ਇੱਥੇ ਕੀ ਹੋ ਗਿਆ 2001 ਸੁਸ਼ੀਲ ਜੀ, ਤੁਸੀਂ ਸੈਕਟਰੀ 'ਚ ਕੰਮ ਕਰਦੇ ਨੇ, ਬਹੁਤ ਨਾਅਰੇ ਲਾਏ ਆ, ਇਹ ਸਮਝ ਤੋਂ ਬਾਹਰ ਨਹੀਂ ਗੱਲ
ਵੀ ਜਿਹੜੇ ਅਫਸਰ ਵਿੱਤ ਸਕੱਤਰ ਕਹਿ ਸਕਦੇ ਆ, ਜਦੋਂ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਕੰਨ ਭਰਦਾ ਵੀ ਜੇ ਮੁਲਾਜ਼ਮਾਂ ਨੂੰ ਡੀਏ ਦੇਤਾ ਤੇ ਖਜ਼ਾਨਾ ਖਤਮ, ਪੱਲੇ ਕੱਖ ਨਹੀਂ ਰਹਿਣਾ, ਜਦੋਂ ਆਪ ਆਪਣਾ ਡੀਏ ਜਾਂ 7ਵੇਂ ਤਨਖਾਹ ਕਮਿਸ਼ਨ ਦਾ ਸਾਰਾ ਏਰੀਆ ਸਮੇਤ ਰਿਵੀਜ਼ਨ ਲੈ ਲੈਂਦਾ ਤੇ ਉਦੋਂ ਇਹ ਸਿਆਸਤਦਾਨਾਂ ਨੂੰ ਸਮਝ ਨਹੀਂ ਆਉਂਦੀ ਵੀ ਸਾਨੂੰ ਮੂਰਖ ਬਣਾ ਰਹੇ ਆ। ਹੁਣ ਮੈਂ ਤਾਂ ਇਹੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ, ਇਹ ਹੈ ਹੀ ਮੂਰਖਾ ਸਿਆਸਤਦਾਨ ਸਾਡੇ। ਜਦ ਆਪਣਾ ਡੀਏ ਨਾਲ ਲੈਣਾ ਹੁੰਦਾ ਚੁੱਪਚਾਪ ਲੈ ਲੈਂਦੇ ਆ। ਜਦ ਸਾਡੇ ਡੀਏ ਦੀ ਅਸੀਂ ਮੰਗ ਹੋਈ, ਸਾਡੀ ਮੈਡਮ ਹੈ ਗੁਰਪ੍ਰੀਤ ਕੌਰ ਸਪਰਾ ਜੀ ਆਈਐਸ ਅਫਸਰ ਹੈ, ਉਹ ਜਦ ਡੈਰੀ ਲੈ ਕੇ ਪਹੁੰਚ ਗਿਆ ਜੀ, ਉਹ ਕਹਿੰਦੇ ਜੀ ਸਾਨੂੰ ਤਾਂ ਫਲਾਣੀ ਕਲੈਕਸ਼ਨ ਨਹੀਂ, ਫਲਾਣੀ ਕਲੈਕਸ਼ਨ ਨਹੀਂ। ਜਦ ਸਾਨੂੰ ਦੇਣ ਦੀ ਵਾਰੀ ਇਹ ਕਲੈਕਸ਼ਨ ਨਹੀਂ ਆਈ। ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ, ਅਕਾਲੀ ਸਰਕਾਰ ਨੇ 2016 ਚ ਅਫਸਰਾਂ ਦਾ ਡੀਏ ਬੰਦ ਕਰਤਾ ਸੀ। ਇਹ ਕਿਹਾ ਸੀ ਕਿ ਜਦ ਕਲਾਸ ਇਹਨਾਂ ਬਾਕੀ EMPLOYE ਨੂੰ ਡੀਏ ਮਿਲੇਗਾ ਉਦੋਂ ਹੀ ਅਫਸਰਾਂ ਨੂੰ ਮਿਲੇਗਾ। ਜਦ ਇਹਨਾਂ ਦਾ ਡੀਏ ਪੈਂਡਿੰਗ ਹੋਏਗਾ ਤਾਂ ਸਾਨੂੰ ਮਿਲੇਗਾ। ਜਦ ਤੱਕ ਇਹਨਾਂ ਨੂੰ ਡੀਏ ਮਿਲਦਾ ਰਹੇਗਾ ਸਾਡਾ ਡੀਏ ਦਾ ਨੰਬਰ ਆਉਣ ਵਾਲਾ ਨਹੀਂ। ਦੂਜਾ ਇੱਕ ਹੋਰ ਦੱਸਣਾ ਚਾਹੁੰਦਾ ਜੀ, ਮਾਨ ਸਾਹਿਬ ਨੇ ਪਿਛਲੀ ਸਰਕਾਰ 'ਚ ਇਹ ਕਿਹਾ ਸੀ ਕਿ ਖਾਲੀ ਦਾ ਪੀਪਾ ਹੁੰਦਾ, ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ। ਹੁਣ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ, ਮਾਨ ਸਾਹਿਬ ਹੁਣ ਤੁਹਾਡੇ ਵਿੱਤ ਮੰਤਰੀ ਨੇ ਪੀਪਾ ਸਾਂਭਿਆ ਵਾ, ਖਜ਼ਾਨਾ ਸਾਨੂੰ ਦੱਸ ਦਿਓ ਬਸ। ਉਹ ਕਹਿੰਦੇ ਖਾਲੀ ਨਹੀਂ ਭਰਿਆ, ਦਵਾਂਗੇ। ਮੈਂ ਇੰਦਰਪਾਲ ਸਿੰਘ ਪੰਜਾਬ ਸਟੇਟ ਸੈਕਟਰੀ ਸਟਾਫ ਐਸੋਸੀਏਸ਼ਨ ਦਾ ਨੁਮਾਇੰਦਾ ਜੀ। ਮੈਂ ਸਰਕਾਰ ਦਾ ਜਿਹੜਾ ਪ੍ਰੈਜ਼ੈਂਟ ਜੋ ਵੀ ਹੈ ਉਹ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਆਪ ਸਰਕਾਰ ਜਿਹੜੀ ਆਈ ਸੀਗੀ ਜੀ, ਉਹ ਬੱਚਤ ਦੇ ਰਾਹ 'ਤੇ ਚੱਲ ਪਈ ਸੀਗੀ ਤੇ ਉਹਨੇ ਇੱਕ ਵਾਅਦੇ ਕਰ ਕਰਕੇ ਇੱਕ ਪੁਰਾਣੇ ਟਰੱਕ 'ਚ ਲੱਦ ਲਿਆ ਜੀ, ਤੇ ਉਹ ਟਰੱਕ ਦਾ ਕਦੇ ਟਾਇਰ ਪੈਂਚਰ ਹੁੰਦਾ, ਕਦੇ ਉਹਦਾ ਇੰਜਣ ਖਰਾਬ ਹੁੰਦਾ। ਇਹ ਹਾਲ ਹੋਇਆ ਪਿਆ ਜੀ। ਕੋਈ ਵਾਅਦਾ ਟਰੱਕ 'ਚ ਚੜ੍ਹਨ ਵਾਲਿਆਂ ਦੀ ਗਲਤੀ ਨਹੀਂ। ਨਹੀਂ, ਟਰੱਕ 'ਚ ਤਾਂ ਵਾਅਦੇ ਲੱਦੇ ਹੋਏ ਜੀ, ਟਰੱਕ 'ਚ ਚੜ੍ਹੇ ਨੇ ਜੀ, ਵਾਅਦੇ ਚੜ੍ਹੇ ਹੋਏ ਨੇ ਜੀ, ਉਹ ਵਾਅਦਾ ਕੋਈ ਪੂਰਾ ਨਹੀਂ ਹੋ ਰਿਹਾ ਜੀ। ਤੇ ਟਰੱਕ ਦਾ ਈਵਨ ਕਿ ਡਰਾਈਵਰ ਨਹੀਂ ਪਤਾ ਕੌਣ ਹੈ, ਡਰਾਈਵਰ ਵੀ ਪਤਾ ਨਹੀਂ ਕਿੱਥੇ ਹੈ, ਕਦੇ ਦਿੱਲੀ ਹੈ, ਕੋਈ ਕਹਿੰਦਾ ਕੋਈ ਦਿੱਲੀ ਬੈਠਿਆ ਡਰਾਈਵਰ ਜੀ। ਉਹ ਸਾਰਾ ਰੋਡ ਤੇ ਜੀ, ਤੇ ਜਿਹੜੇ ਵਾਅਦੇ ਸੀਗੇ ਉਹਨਾਂ ਦੇ ਜਿਹੜੇ ਵਾਅਦਿਆਂ ਵਾਲੇ ਜੀ ਉਹ ਵੀ ਰੋਡ ਤੇ ਆਏ ਪਏ ਨੇ ਜੀ। ਫਿਕਰ ਨਾ ਕਰੋ, ਟਰੱਕ ਦੇ ਡਰਾਈਵਰ ਭਗਵੰਤ ਸਿੰਘ ਮਾਨ ਨੇ ਉਹ ਕਹਿੰਦੇ ਸਟੀਅਰਿੰਗ ਫੜਿਆ, ਬੜੇ ਜ਼ੋਰ ਨਾਲ ਉਹਨਾਂ ਨੇ ਸਟੀਅਰਿੰਗ ਫੜਿਆ। ਔਰ ਕੁਲਦੀਪ ਸਿੰਘ ਢਾਲੀਵਾਲ, ਮੈਂ ਉਹਨਾਂ ਦਾ ਇੰਟਰਵਿਊ ਕੀਤੀ ਸੀ, ਕਹਿੰਦੇ ਸੀ ਵੀ ਭਗਵੰਤ ਸਿੰਘ ਮਾਨ ਨੇ ਪੂਰੀ ਤਰ੍ਹਾਂ ਬੱਸ ਦਾ ਸਟੀਅਰਿੰਗ ਫੜ ਲਿਆ, ਜਲਦੀ ਤੁਹਾਨੂੰ ਡੀਏ ਮਿਲੇਗਾ। ਕਿਵੇਂ ਮੈਡਮ, ਹੈਗੀ ਆਸ? ਸਰ ਆਸਾਂ ਤਾਂ ਹੁਣ ਨਹੀਂ ਰਹੀਆਂ ਇਸ ਸਰਕਾਰ ਤੋਂ। ਅਸੀਂ ਤਾਂ ਬੜੇ ਮਾਣ ਨਾਲ ਚੁਣ ਕੇ ਲੈ ਕੇ ਆਏ ਸੀ, ਪਰ ਇਹਨਾਂ ਨੇ ਆਉਂਦਿਆਂ ਸਾਰ ਸਾਡੀਆਂ ਆਸਾਂ। ਜਲਦੀ ਕਿਉਂ ਦਿਲ ਟੁੱਟ ਗਏ ਤੁਹਾਡੇ? ਹਲੇ 7 ਮਹੀਨੇ ਹੋ ਲੈਂਦਾ, 16 ਤਰੀਕ ਨੂੰ 7 ਮਹੀਨੇ ਹੋਣੇ ਮਾਨ ਸਾਹਿਬ ਦੇ। ਸਰ ਇਹਨਾਂ ਨੇ ਤਾਂ ਸਾਡੇ 'ਚ ਤਖਤੀਆਂ ਲੈ ਕੇ ਬੈਠ ਕੇ ਵਾਅਦੇ ਕੀਤੇ ਸੀ, ਆਉਂਦੇ 3 ਮਹੀਨਿਆਂ ਦੇ ਵਿੱਚ ਅਸੀਂ ਤੁਹਾਡੀਆਂ ਹਰ ਇੱਕ ਮੰਗਾਂ ਪੂਰੀਆਂ ਕਰਾਂਗੇ, ਪਰ ਸਾਨੂੰ ਤਾਂ ਕਿਤੇ ਦਿਖਦੀਆਂ ਨਹੀਂ। ਉਹ ਤਾਂ ਸਾਨੂੰ ਸੁਪਨਿਆਂ ਦੇ ਮਹਿਲ ਦਿਖਾਏ ਸੀਗੇ, ਮਹਿਲ ਦਿਖਾ ਕੇ ਆਪ ਤਾਂ ਜਾ ਕੇ ਗੁਜਰਾਤ ਬੈਠ ਗਏ, ਸਾਡਾ ਪੰਜਾਬ ਦਾ ਪੈਸਾ ਲੁੱਟ ਕੇ ਤੇ ਗੁਜਰਾਤ ਲਈ ਜਾਂਦੇ ਆ। ਉਧਰ ਬੀਬੀ ਸਾਡੀ ਮਾਨ ਸਾਹਿਬ ਦੀ ਮਾਂ ਜਿਹੜੀ ਤਸਲੇ ਗੋਹੇ ਦੇ ਸੁੱਟਦੀ ਸੀ, ਉਹਨੂੰ ਜੈਡ ਸਿਕਿਉਰਟੀਆਂ ਦੇਤੀਆਂ। ਜਿਹੜੇ ਆਮ ਆਦਮੀ ਪਾਰਟੀ ਕਹਿੰਦੇ ਸੀ ਅਸੀਂ ਆਮ ਬੰਦੇ ਆ, ਉਹਨਾਂ ਨੂੰ ਜੈਡ ਸਿਕਿਉਰਟੀਆਂ ਦੀ ਕੀ ਜ਼ਰੂਰਤ ਆ? ਲੋਕ ਕਹਿੰਦੇ ਇੱਕ ਮੁੱਖ ਮੰਤਰੀ ਹੁੰਦਾ, ਅਸੀਂ ਕਹਿੰਦੇ ਸਾਡੇ 4 ਆ। ਮਾਨ ਸਾਹਿਬ ਦੀ ਭੈਣ, ਮਾਨ ਸਾਹਿਬ ਦੀ ਘਰ ਵਾਲੀ ਤੇ ਇੱਕ ਜਿਹੜਾ ਸਾਡਾ ਸੁਪਰੀਮੋ ਬੈਠਾ। ਸਾਡੀ ਜੇਬ ਦਾ ਪੈਸਾ ਤੁਸੀਂ ਉਹਨਾਂ ਦੇ ਖਰਚੋਗੇ, ਸਾਡੇ ਕਿਤੇ ਦਿਲ ਨਾ ਦੁਖਣਗੇ। ਕੱਲ ਅੱਜ ਤਿਉਹਾਰ ਆ, ਅੱਜ ਸਾਨੂੰ ਘਰੇ ਹੋਣਾ ਚਾਹੀਦਾ ਸੀਗਾ। ਅਸੀਂ ਅੱਜ ਇਹਨਾਂ ਦੇ ਰੋਸ ਲਈ ਇੱਥੇ ਇਕੱਠੇ ਹੋਏ ਆ। ਤੁਸੀਂ ਹੁਣੇ ਸਾਡੀ ਬੀਬੀ ਕੋ ਇੱਕ ਪੁੱਛਿਆ ਕਿ ਹਾਂ ਵੀ ਤੁਸੀਂ ਸੈਕਟਰੀਏਟ ਬੰਦ ਨਹੀਂ ਕੀਤਾ, ਅਸੀਂ ਹੱਲੇ ਇਸ ਕਰਕੇ ਚੁੱਪ ਕਰਕੇ ਬੈਠੇ ਆ, PSMU ਦਾ ਸਮਰਥਨ ਕਰ ਰਹੇ ਆ। ਜਿੱਦਣ ਡਾਇਰੈਕਟੋਰੇਟ ਸੈਕਟਰੀਏਟ ਬੰਦ ਹੋ ਗਿਆ, ਇਹਨਾਂ ਨੂੰ IS ਔਰ ਇਹਨਾਂ ਮੰਤਰੀਆਂ ਨੂੰ ਆਪਦੇ ਕਮਰਿਆਂ ਦੀਆਂ ਲਾਈਟਾਂ ਉੱਠ ਕੇ ਆਪ ਬਾਲਣੀਆਂ ਪੈਣੀਆਂ। ਇਹਨਾਂ ਨੂੰ ਕੋਈ ਸਾਡਾ PN ਸੇਵਾਦਾਰ ਪਾਣੀ ਪਿਆਉਣ ਲਈ ਨਹੀਂ ਖੜੂਗਾ। ਨਾਰੇ ਲਾ ਰਹੇ ਜੀ, ਲਾਉਣੇ ਪੈ ਗਏ ਜੀ। ਕਿਉਂ? ਤੁਹਾਡੀ ਆਪਣੀ ਸਰਕਾਰ ਹੈ। ਸਾਡੀ ਆਪਣੀ ਨਹੀਂ ਰਹੀ ਜੀ, ਦਿੱਲੀ ਵਾਲਿਆਂ ਦੀ ਹੈ। ਜੇ ਸਾਡੀ ਹੁੰਦੀ ਤਾਂ ਫਿਰ ਸਾਨੂੰ ਇੱਥੇ ਨਾਅਰੇਬਾਜ਼ੀ ਨਾ ਕਰਨੀ ਪੈਂਦੀ। ਜਿਹੜੇ 92 ਤੁਸੀਂ MLA ਚੁਣ ਕੇ ਦਿੱਤੇ ਨੇ ਉਹ ਪੰਜਾਬ ਦੇ ਹੀ ਹੈ। ਬਹੁਤ ਵੱਡੀ ਗਲਤੀ ਕਰ ਲਈ ਜੀ। ਲੋਲੀਪੌਪ ਚੂਸ ਕੇ ਅਸੀਂ ਗੱਲਾਂ 'ਚ ਆ ਗਏ ਉਹਨਾਂ ਦੀਆਂ। ਰੋਮ ਜਲ ਰਿਹਾ, ਨੀਰੋ ਬੈਠਾ ਬੰਸਰੀ ਵਜਾ ਰਿਹਾ, ਸਟੇਟ ਰਾਬਾਸਰੇ ਚੱਲ ਰਹੀ ਹੈ। ਪਹਿਲਾਂ ਤਾਂ ਕੁਝ ਨਾ ਕੁਝ ਦੀਵਾਲੀ ਨੇੜੇ ਹੱਥ ਝਾੜ ਵੀ ਦਿੰਦੇ ਸੀ। ਇਹ ਤਾਂ ਕਹਿੰਦੇ ਨਾ ਜੀ ਇਹਨਾਂ ਨੂੰ ਕੋਈ ਦੇਣਾ ਹੀ ਨਹੀਂ ਬਣਦਾ। ਇਹ ਕਹਿੰਦੇ ਨੇ ਅਸੀਂ ਸਰਕਾਰ, ਮੁਲਾਜ਼ਮਾਂ ਨੂੰ ਸਰਕਾਰ ਹੀ ਨਹੀਂ ਮੰਨਦੇ। ਮੁਲਾਜ਼ਮਾਂ ਬਿਨਾਂ ਸਰਕਾਰ ਕਾਮਯਾਬ। ਮਾਨ ਸਾਹਿਬ ਨੇ ਕਿਹਾ ਸੀ ਸਾਡੀ ਰੀੜ ਦੀ ਹੱਡੀ ਨੇ, ਬੜਾ ਅਹਿਮ ਸਾਡਾ ਇਹ ਪਹਿਲੂ ਹੈ ਤੇ ਅਸੀਂ ਕੱਲੀ ਕਰਕੇ ਮੰਗ ਮੰਨਾਂਗੇ। ਕੋਈ ਸਮਾਂ ਤੇ ਦੇਣਾ ਚਾਹੀਦਾ। ਕਿੰਨਾ ਕੁ ਦੇ ਦਈਏ ਜੀ? ਉਹ ਸਰ ਇਹ ਤਾਂ ਕਹਿੰਦੇ 5 ਮਿੰਟ 'ਚ ਦੇ ਦਾਂਗੇ। ਮਾਨ ਸਾਹਿਬ ਕਹਿੰਦੇ ਸੀ ਸੁਖਬੀਰ ਬਾਦਲ ਦੇ ਟਾਈਮ ਜਾਂ ਪਿਛਲੀ ਸਰਕਾਰ ਦੇ ਵੀ ਜੇ ਇਹਨਾਂ ਤੋਂ ਨਹੀਂ ਹੁੰਦਾ ਛੱਡ ਦੇਣ, ਕੋਈ ਹੋਰ ਕੰਮ ਕਰ ਲੈਣ। ਹੁਣ ਆਪ ਉੱਥੇ ਖੜੇ ਨੇ, ਜੇ ਨਹੀਂ ਹੁੰਦਾ ਛੱਡ ਦੇਣ। ਕਰਨਾ ਤਾਂ ਬਹੁਤ ਬੈਠੇ ਨੇ। ਕੌਣ ਬੈਠੇ? ਸਾਰਾ ਕਮਾਲ ਹੈ। ਜਿਹੜੇ ਬੈਠੇ ਸੀ ਉਹਨਾਂ ਤੋਂ ਤੁਸੀਂ ਬਹੁਤ ਨਾਰਾਜ਼ ਸੀ, ਹੁਣ ਕਹਿੰਦੇ ਬੈਠੇ ਜੇ ਪੁਰਾਣੇ ਯਾਦ ਆਉਣ ਲੱਗ ਪਏ। ਨਹੀਂ, ਪੁਰਾਣੇ ਯਾਦ ਆਉਣ ਦੀ ਗੱਲ ਨਹੀਂ। ਅਸੀਂ ਸਰਕਾਰ ਹਾਂ, ਅਸੀਂ ਸਰਕਾਰ ਦਾ ਪਾਰਟ ਹਾਂ। ਇਕੱਲੇ ਕੁਝ ਨਹੀਂ ਕਰ ਸਕਦੇ। ਮੇਰਾ ਵਿਭਾਗ ਹੈ ਫੂਡ ਸਪਲਾਈ। ਮੰਤਰੀ ਸਾਹਿਬ ਕਿਹੜਾ ਆਪਣੇ ਹੱਥ ਨਾਲ ਪਾਲਿਸੀ ਦੇਖ ਕੇ ਬਣਾਉਂਦੇ ਨੇ, ਥੱਲੇ ਅਸੀਂ ਬਾਬੂ ਬੈਠ ਕੇ ਬਣਾਉਂਦੇ ਹਾਂ। ਮੇਰੇ ਨਾਲ ਦੇ ਦੋਸਤ ਖੜੇ ਨੇ, ਅਸੀਂ ਪਾਲਿਸੀਆਂ ਬਣਾਉਂਦੇ ਹਾਂ। ਅਸੀਂ ਦੱਸਦੇ ਹਾਂ ਵੀ ਇੱਥੇ ਆਹ ਕੁਛ, ਇੱਥੇ ਆਹ ਕੁਛ ਹੈ। ਸਰਕਾਰ ਦਾ ਵੀ ਦੇਖਣਾ, ਪਬਲਿਕ ਦਾ ਵੀ ਦੇਖਣਾ। ਇਹ ਨਹੀਂ ਇਹ ਕਹਿੰਦਾ ਸਿਰਫ ਸਾਡਾ ਦੇਖੋ, ਬਾਕੀ ਦਾ ਨਹੀਂ ਕੋਈ ਲੋੜ ਹੈਗੀ ਸਾਨੂੰ। ਜੇ ਆਪਾਂ ਮੁਲਾਜ਼ਮਾਂ ਦੀ ਮੰਗਾਂ ਦੀ ਗੱਲ ਕਰੀਏ ਤੇ ਸਭ ਤੋਂ ਅਹਿਮ ਮੰਗ ਕਿਹੜੀ ਜਿਹੜੀ ਕੁਝ ਦਿਨਾਂ 'ਚ ਨਿਕਲਣੀ ਚਾਹੀਦੀ? ਦੇਖੋ ਜੀ, ਇਸ ਟਾਈਮ ਜਿਹੜੀ ਮੁਲਾਜ਼ਮਾਂ ਦੀ ਸਭ ਤੋਂ ਵੱਡੀਆਂ ਕਈ ਮੰਗਾਂ ਨੇ। ਠੀਕ ਹੈ ਜੀ, ਇੱਕ ਤਾਂ ਪੁਰਾਣੀ ਪੈਨਸ਼ਨ ਦਾ ਮੁੱਦਾ ਜਿਹੜਾ ਇਹਨਾਂ ਨੇ ਆਉਂਦੇ ਕਿਹਾ ਸੀ ਕਿ ਅਸੀਂ ਆਉਂਦੇ ਹੀ ਤੁਹਾਡੀ ਪੁਰਾਣੀ ਪੈਨਸ਼ਨ ਦਾ ਮੁੱਦਾ ਹੱਲ ਕਰਾਂਗੇ। ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ 7 ਮਹੀਨੇ ਹੋ ਗਏ, 7 ਮਹੀਨੇ ਤਾਂ ਬਹੁਤ ਜ਼ਿਆਦਾ ਨੇ ਸਰ।
ਸਾਨੂੰ ਤਾਂ ਇਹ ਉਮੀਦ ਸੀ ਕਿ ਆਉਂਦੇ ਹੀ ਸਭ ਤੋਂ ਪਹਿਲਾਂ ਪੈਨ ਹੀ ਐਸੇ ਤੇ ਚਲਾਉਣਗੇ ਕਿ ਪੁਰਾਣੀ ਪੈਨਸ਼ਨ ਲਾਗੂ ਕਰਨਗੇ, ਪਰ ਫਿਰ ਵੀ ਅਸੀਂ 3 ਮਹੀਨੇ ਦੇਖਿਆ, 6 ਮਹੀਨੇ ਵੀ ਦੇਖਿਆ, 7 ਮਹੀਨੇ ਦੇਖਿਆ, ਦੀਵਾਲੀ ਆ ਗਈ, ਪਰ ਜਦੋਂ ਕੁਝ ਨਹੀਂ ਮਿਲਦਾ ਨਜ਼ਰ ਆ ਤਾਂ ਸਾਨੂੰ ਇਹ ਜਿਹੜਾ ਹੈ ਸਟੈਪ ਚੱਕਣਾ ਪਿਆ ਕਿ ਅੱਜ ਸਾਨੂੰ ਨਾਅਰੇ ਲਾਉਣੇ ਪੈ ਗਏ। ਦੂਜੀ ਗੱਲ ਤੁਸੀਂ ਦੇਖੋਗੇ ਸਰ ਕਿ ਜਗ੍ਹਾ ਜਗ੍ਹਾ ਤੇ ਪ੍ਰਚਾਰ ਹੋ ਰਿਹਾ, ਬੋਰਡ ਲੱਗ ਰਹੇ ਨੇ ਵੱਡੇ ਵੱਡੇ, ਉਹ ਲਿਖਿਆ ਕੀ ਹੋਇਆ ਕਿ ਸਾਡਾ ਕੰਮ ਬੋਲਦਾ। ਮੈਨੂੰ ਸਮਝ ਨਹੀਂ ਆਉਂਦੀ, ਜੇ ਤੁਹਾਡਾ ਕੰਮ ਬੋਲਦਾ ਫਿਰ ਤੁਸੀਂ ਬੋਰਡ ਕਾਹਤੇ ਲਾਇਆ? ਕੰਮ ਤੇ ਬੋਲਦਾ ਹੀ ਹੈ। ਠੇਕਾ ਅਧਿਆਪਕ ਰੈਗੂਲਰ ਕਰਤੇ ਹੈ, ਇਸੇ ਤਰ੍ਹਾਂ 600 ਯੂਨਿਟ ਮਾਫ ਕਰਦੇ, ਕਈ ਕੁਝ ਕਰਤਾ। ਤੁਸੀਂ ਜਦ ਪੱਕੇ ਕਰਨ ਦੀ ਗੱਲ ਕਰਦੇ ਹੋ, ਠੀਕ ਹੈ ਜੀ, ਇਹ ਜਿਹੜੇ ਮੁਲਾਜ਼ਮ 36000 ਪੱਕੇ ਹੋ ਰਹੇ ਨੇ, ਇਹ ਬਾਦਲ ਦੇ ਟਾਈਮ ਤੋਂ ਹੀ ਹੋ ਰਹੇ ਨੇ। ਬਾਦਲ ਸਰਕਾਰ ਨੇ ਵੀ ਇਹੀ 36000 ਪੱਕੇ ਕੀਤੇ ਸੀਗੇ। ਉਸ ਤੋਂ ਬਾਅਦ ਕੈਪਟਨ ਸਾਹਿਬ ਹੈ, ਉਹਨਾਂ ਨੇ ਵੀ 36000 ਆਹੀ ਪੱਕੇ ਕੀਤੇ। ਚੰਨੀ ਸਾਹਿਬ ਆਏ, ਉਹਨਾਂ ਨੇ ਵੀ ਆਹੀ 36000 ਪੱਕੇ ਕੀਤੇ, ਤੇ ਇਹਨਾਂ ਨੇ ਵੀ ਆਹੀ ਕੀਤਾ ਕਿ 36000 ਪੱਕੇ ਕਰਤੇ। ਉਸ ਤੋਂ ਬਾਅਦ ਬੋਰਡ ਵੱਡੇ ਵੱਡੇ ਬੋਰਡ ਲਾਤੇ ਸੀ, 36000 ਪੱਕੇ ਕਰਤੇ। ਪਰ ਕੀ ਲਿਖਤ ਦੇ ਵਿੱਚ ਕੁਝ ਹੈ? ਕੀ ਕੋਈ ਨੋਟੀਫਿਕੇਸ਼ਨ ਹੋਈ ਹੈ? ਤੇ ਜਿਹੜੀ ਨੋਟੀਫਿਕੇਸ਼ਨ ਇਹਨਾਂ ਨੇ ਕੀਤੀ ਹੈ ਅਜੇ, ਉਹ ਸਿਰਫ ਇੱਕ ਟੀਚਰਾਂ ਵਾਸਤੇ ਕੀਤੀ ਹੈ, ਤੇ ਉਹਦੇ ਵਿੱਚੋਂ ਵੀ ਕੀ ਪਸੂੜੀਆਂ ਪਾਈਆਂ ਨੇ, ਕੀ ਪਸੂੜੀਆਂ ਛੱਡੀਆਂ ਹੋਈਆਂ ਨੇ। ਕਿਉਂਕਿ ਹਜੇ ਦੇਖੋ ਇਹਨਾਂ ਦਾ ਸਾਰਾ ਜਿਹੜਾ ਧਿਆਨ ਹੈਗਾ ਨਾ ਹਿਮਾਚਲ ਤੇ ਗੁਜਰਾਤ ਦੇ ਇਲੈਕਸ਼ਨ ਨੂੰ ਲੈ ਕੇ ਹੈ ਕਿ ਇੱਕ ਵਾਰ ਕੁਝ ਵੀ ਹੋਵੇ, ਮਾੜਾ ਮੋਟਾ ਅਨਾਉਂਸ ਕਰ ਦਿਓ, ਉੱਥੇ ਤੁਸੀਂ ਰੋਲਾ ਪਾ ਦਿਓ, ਅਸੀਂ ਆਹ ਦੇਤਾ, ਅਸੀਂ ਆਹ ਦੇਤਾ, ਉਹ ਪੱਕੇ ਕਰਤੇ, ਅਸੀਂ ਆਹ ਦੇਤਾ, ਤੇ ਉੱਥੇ ਤੁਸੀਂ ਫਾਇਦਾ ਲੈ ਲਓ। ਬਾਅਦ 'ਚ ਜੋ ਹੋਏਗੀ ਪਸੂੜੀਆਂ ਬਾਅਦ 'ਚ ਪਾ ਕੇ ਬਾਅਦ ਦੀ ਬਾਤ 'ਚ ਦੇਖਾਂਗੇ। ਪਸੂੜੀਆਂ ਵਾਲੀ ਗੱਲ ਹੀ ਚੱਲ ਰਹੀ, ਕਿਵੇਂ ਹੈਗੀ ਆਸ? ਸਰ ਆਸ ਦੀ ਤਾਂ ਗੱਲ ਐਵੇਂ ਹੈ ਜੀ, ਆਸ ਮੈਂ 2016 ਤੋਂ ਬਾਅਦ ਭਰਤੀ ਦਾ ਮੁਲਾਜ਼ਮ ਹਾਂ ਜੀ, ਤੇ ਸਾਡੇ ਘਰਦਿਆਂ ਨੇ ਸਾਡੀ ਇੰਜੀਨੀਅਰਿੰਗ ਤੇ ਬਹੁਤ ਪੈਸੇ ਖਰਚ ਕੇ ਸਾਨੂੰ ਪੜ੍ਹਾਇਆ ਤੇ ਐਡੇ ਕਾਬਲ ਕੀਤਾ ਕਿ ਅਸੀਂ ਆਪਦੀ ਸਟੇਟ ਲਈ ਕੁਝ ਕਰ ਸਕੀਏ। ਤੇ ਮਾਨ ਸਾਹਿਬ ਆਪਾਂ ਸੁਣਿਆ ਅਕਸਰ ਵੀ ਰੰਗਲੇ ਪੰਜਾਬ ਬਣਾਉਣ ਦੀ ਗੱਲ ਕਰਦੇ ਆ, ਤੇ ਰੰਗਲਾ ਸੁਪਨਾ ਉਹਨਾਂ ਦਾ ਜੀ, ਰੰਗਲਾ ਪੰਜਾਬ ਬਣਾਉਣਾ, ਖੇਡਾਂ 'ਚ ਬਣਾਉਣਾ, ਚਾਹੇ ਪੜ੍ਹਾਈ 'ਚ ਬਣਾਉਣਾ। ਜਿਵੇਂ ਹੁਣ ਤੁਸੀਂ ਕਿਹਾ ਟੀਚਰ ਪੱਕੇ ਕੀਤੇ, ਸਟੂਡੈਂਟਾਂ ਵਾਸਤੇ ਕੀਤੇ। ਸਟੂਡੈਂਟਾਂ ਨੇ ਵੱਡੇ ਹੋ ਕੇ ਨੌਕਰੀਆਂ 'ਚ ਆਉਣਾ ਹੈ ਜਾਂ ਇੱਧਰ ਉੱਧਰ ਜਾਣਾ ਹੈ। ਸਰ ਨੌਕਰੀ 'ਚ ਮੈਂ ਮਤਲਬ ਇਹ ਚੀਜ਼ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਮੁਲਾਜ਼ਮ ਨੇ 2016 ਤੋਂ ਪਹਿਲਾਂ ਦੇ, ਉਹਨਾਂ ਦੇ ਅਲੱਗ ਸਟਰਕਚਰ ਹੈ ਹਰ ਇੱਕ ਚੀਜ਼ ਦਾ। 2016 ਤੋਂ ਬਾਅਦ ਭਰਤੀ ਵਾਲਿਆਂ ਦਾ ਅਲੱਗ ਸਟਰਕਚਰ ਹੈ। ਮਤਲਬ ਇੱਕ ਸਰਕਾਰ ਇੱਕੋ ਮੁਲਾਜ਼ਮ ਦੇ ਇੱਕੋ ਸੀਟ ਦੇ ਨਾਲ ਅਲੱਗ-ਅਲੱਗ ਨੀਤੀਆਂ ਨਾਲ ਕੰਮ ਕਰਦੀ ਹੈ। ਹੁਣ ਤੁਸੀਂ ਦੇਖੋ, ਹੁਣ ਅਸੀਂ 2016 ਤੋਂ ਬਾਅਦ ਭਰਤੀ ਹੋਏ, ਅਸੀਂ ਜਦੋਂ ਭਰਤੀ ਹੋਣ ਸਾਰੀ ਅਸੀਂ ਸਜ਼ਾ ਦੇ ਭਾਗੀਦਾਰ ਬਣ ਗਏ। ਸਾਨੂੰ ਬੇਸਿਕ ਪੇ ਦਿੱਤੀ 3 ਸਾਲ। ਸਾਨੂੰ ਬੇਸਿਕ ਪੇ ਤਾਂ ਸਰ ਦਿੱਤੀ। ਅਸੀਂ ਇਹੋ ਜਿਹੇ ਮਹਿੰਗਾਈ ਦੇ ਜ਼ਮਾਨੇ 'ਚ 10-10000 ਰੁਪਏ ਨਾਲ ਗੁਜ਼ਾਰਾ ਕੀਤਾ। 10000 ਕਹਿਣ ਨੂੰ ਹੈ ਸਰ, 10% ਕੱਟ ਕੇ 8000 ਕੁਝ ਮਿਲਦਾ ਜੀ। ਅਸੀਂ ਗੁਜ਼ਾਰਾ ਕੀਤਾ। ਗੁਜ਼ਾਰਾ ਕਰਨ ਤੋਂ ਬਾਅਦ ਜਿਹੜਾ ਇੱਕ ਸਰਕਾਰੀ EMPLOYE ਨੂੰ ਹਰ ਸਾਲ 3% ਇਨਕਰੀਮੈਂਟ ਮਿਲਦਾ, ਉਹਦਾ ਮਤਲਬ ਤਨਖਾਹ 'ਚ ਵਾਧਾ ਮਿਲਦਾ ਹੈ, ਤਾਂ ਇਹਨਾਂ ਨੇ ਕੀ ਕਰਿਆ, ਸਾਨੂੰ 3 ਸਾਲ ਪਹਿਲਾਂ ਤਾਂ ਅਸੀਂ ਪ੍ਰੋਬੇਸ਼ਨ ਤੇ ਆਏ। ਅਸੀਂ ਪਹਿਲੇ ਦਿਨ ਜੁਆਇਨ ਕਰਨ ਵਾਲੇ ਦਿਨ ਸਜ਼ਾ ਦੇ ਭਾਗੀਦਾਰ ਐਵੇਂ ਬਣ ਗਏ ਕਿ ਜਿਹੜੇ ਅਸੀਂ 3 ਸਾਲ ਪ੍ਰੋਬੇਸ਼ਨ ਦੇ ਕਰੇ ਸਪੈਂਡ, ਉਹ 3 ਸਾਲਾਂ ਦੇ ਸਾਨੂੰ ਇਨਕਰੀਮੈਂਟ ਵੀ ਨਹੀਂ ਦਿੱਤੇ ਇਹਨਾਂ ਨੇ। ਜਾਣੀ ਜੇ ਮੈਂ 16 ਦਾ ਭਰਤੀ ਆ, ਮੇਰੇ 19 ਚ 3 ਸਾਲ ਪੂਰੇ ਹੋ ਗਏ, ਤਾਂ ਇੱਕ ਤਰ੍ਹਾਂ ਦਾ ਮੈਂ ਜਿਹੜੇ ਹੁਣ ਭਰਤੀ ਕੀਤੇ ਜਾ ਰਹੇ ਰੈਗੂਲਰ, ਉਹਨਾਂ ਦਾ ਦੁਖਾਂਤ ਵੀ ਤੁਹਾਡੇ ਵਰਗਾ ਹੀ। ਹਾਂਜੀ ਸਰ, ਬਿਲਕੁਲ ਦੁਖਾਂਤ ਇੱਕੋ ਜਿਹਾ, ਕਿਉਂਕਿ ਜਿਹੜੀ ਵਿੱਤ ਵਿਭਾਗ ਦੀ ਲੈਟਰ ਹੈ 15/1/2015, ਉਹਨੇ ਲਿਖਿਆ ਹੋਇਆ ਵੀ ਜਿਹੜਾ ਮੁਲਾਜ਼ਮ ਭਰਤੀ ਹੋਊਗਾ ਉਹਨੂੰ ਜਾਂ ਤਾਂ DC ਰੇਟ ਜਾਂ ਉਹਦੀ ਜਿਹੜਾ ਪੇ ਬੈਂਡ ਹੈ, ਉਹ ਦੋਨਾਂ ਚੋਂ ਜਿਹੜੀ ਚੀਜ਼ ਵੱਧ ਆ ਉਹ ਮਿਲੂਗੀ। ਸ਼ਾਇਦ ਨੌਜਵਾਨ ਦੀ ਗੱਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਸੁਣਦੇ ਹਨ, ਕਿਉਂਕਿ ਮੈਂ ਬਹੁਤ ਸਮਾਂ ਦਿੱਤਾ ਸੀ, ਕਿਉਂਕਿ ਬੜੀ ਨੈਚੁਰਲ ਵੇ 'ਚ ਇਹ ਮੁੰਡਾ ਗੱਲ ਕਰ ਰਿਹਾ ਸੀ। ਦਰਅਸਲ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਬਣਦਾ ਵੀ ਪਹਿਲੀ ਗੱਲ ਤੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਰੈਗੂਲਰ ਨੌਕਰੀ ਨਹੀਂ ਮਿਲਦੀ, ਠੇਕੇ ਤੇ ਰੱਖ ਕੇ ਸ਼ੋਸ਼ਣ ਕੀਤਾ ਜਾਂਦਾ, ਜਾਂ ਫਿਰ ਆਊਟਸੋਰਸ ਰਾਹੀਂ, ਇੱਕ ਬੜਾ ਮੈਨੂੰ ਭੈੜਾ ਸ਼ਬਦ ਲੱਗਦਾ ਆਊਟਸੋਰਸ, ਕੰਪਨੀ ਨੂੰ ਸਰਕਾਰ ਕਹਿੰਦੀ ਹੈ ਵੀ ਇੰਨੇ ਮੁੰਡੇ ਕੁੜੀਆਂ ਕਿਰਾਏ ਤੇ ਚਾਹੀਦੇ ਨੇ, ਤੇ ਫਿਰ ਜਦੋਂ ਕਿਰਾਏ ਤੇ ਦਿੰਦੇ ਨੇ ਤੇ ਉਹਨਾਂ ਦੇ ਹੱਡ ਤੇ ਖੂਨ ਚੂਸ ਕੇ ਦਿੰਦੇ ਨੇ, ਤਨਖਾਹ 8-9 ਹਜ਼ਾਰ, ਤੇ ਬਾਕੀ ਕੰਪਨੀ ਦੀ ਜੇਬ 'ਚ। ਤੇ ਇਹ ਵੀ ਕਿਹਾ ਜਾਂਦਾ ਵੀ ਕੰਪਨੀਆਂ ਨਾਲ ਜਿਹੜੇ ਮੰਤਰੀ ਸੰਤਰੀ ਨੇ ਉਹ ਗੱਠਜੋੜ ਕਰਕੇ ਫਿਰ ਕਮਿਸ਼ਨ ਲੈਂਦੇ ਨੇ ਉਹ ਮੁੰਡੇ ਕੁੜੀਆਂ ਨੂੰ ਕਿਰਾਏ ਤੇ ਦੇਣ ਦਾ। ਜਿਹੜੀ ਇਹ ਮੁੰਡੇ ਨੇ ਗੱਲ ਦੱਸੀ ਹੈ, ਜੇ ਕੁਝ ਮੁੱਠੀ ਭਰ ਰੈਗੂਲਰ ਭਰਤੀ ਹੁੰਦੀ ਹੈ ਤੇ ਇਹ ਪਿਛਲੀਆਂ ਸਾਰੀਆਂ ਸਰਕਾਰਾਂ ਦੌਰਾਨ 3 ਸਾਲ ਜਿਹੜੇ ਬੇਰੁਜ਼ਗਾਰ ਰੈਗੂਲਰ ਭਰਤੀ ਹੁੰਦੇ ਨੇ, ਫਿਰ ਸਰਕਾਰ ਦਫ਼ਤਰਾਂ ਵਿੱਚ ਉਹਨਾਂ ਦਾ ਵਿੱਤੀ ਸ਼ੋਸ਼ਣ ਕਰਦੀ ਹੈ। ਮੁੱਢਲੀ ਤਨਖਾਹ 3 ਸਾਲ ਦਿੰਦੀ, ਕੋਈ ਇੰਕਰੀਮੈਂਟ ਨਹੀਂ ਦਿੰਦੀ। ਭਾਵੇਂ ਵੀ ਜੇ ਕਿਸੇ ਦੀ 60,000 ਤਨਖਾਹ ਬਣਦੀ ਤੇ ਉਹਨੂੰ 20,000 ਵੀ ਨਹੀਂ ਦਿੱਤਾ ਜਾਂਦਾ। ਖਹਿਰਾ ਸਾਹਿਬ, ਇਹ ਦੁਖਾਂਤ ਜਦੋਂ ਤੁਸੀਂ ਨਵੇਂ ਮੁੰਡਿਆਂ ਨੂੰ ਦੇਖਦੇ ਜੇ, ਕੁੜੀਆਂ ਨੂੰ ਦੇਖਦੇ ਜੇ, ਉਹਨਾਂ ਦਾ ਸ਼ੋਸ਼ਣ ਹੋ ਰਿਹਾ, ਤਾਂ ਫਿਰ ਮਨ 'ਚ ਕੀ ਨਿਕਲਦੀ ਗੱਲ? ਦੇਖੋ, ਤੁਹਾਡੇ ਆਉਣ ਤੋਂ ਪਹਿਲਾਂ ਤਰਲੋਚਨ ਜੀ ਮੈਂ ਇੱਥੇ ਸਪੀਚ ਦੇ ਰਿਹਾ, ਉਦੋਂ ਵੀ ਇਹੀ ਗੱਲ ਕੀਤੀ ਸੀ ਕਿ ਸਮਾਜ ਦੇ ਵਿੱਚ ਜਾ ਕੇ ਸਾਨੂੰ ਇਹ ਪ੍ਰਚਾਰ ਕਰਨਾ ਪੈਣਾ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਮੁਲਾਜ਼ਮ ਬੜੀਆਂ ਮੋਟੀਆਂ ਤਨਖਾਹਾਂ ਲੈਂਦੇ, ਉਹਨਾਂ ਨੂੰ ਸਮਝਾਉਣਾ ਪੈਣਾ ਵੀ ਰੁਜ਼ਗਾਰ ਜਿਹੜਾ ਹੈਗਾ ਉਹ ਸਰਕਾਰੀ ਨੌਕਰੀ ਰਹਿ ਗਿਆ। ਹੋਰ ਆ ਜਿਹੜੇ ਮੁੰਡੇ ਨੇ ਡਿਗਰੀ ਕੀਤੀ ਹੈ, ਹੋਰਾਂ ਨੇ ਵੀ ਡਿਗਰੀ ਕੀਤੀ ਹੈ, ਮਾਸਟਰ ਡਿਗਰੀਆਂ ਕਰਕੇ ਅਗਰ ਕਲਰਕ ਲੱਗ ਰਹੇ ਨੇ
ਇੰਨੇ ਕਰੋੜ ਲੱਖਾਂ ਰੁਪਏ ਖਰਚਣ ਤੋਂ ਬਾਅਦ ਤੇ ਉਹ ਆ ਕੇ ਜੇ ਉਹਨਾਂ ਨੇ 10,000 ਜਾਂ 8,000 ਰੁਪਏ ਤਨਖਾਹ ਹੀ ਲੈਣੀ ਹੈ ਤੇ 3 ਸਾਲ ਉਹਨਾਂ ਨੇ ਦਰ ਦੀਆਂ ਠੋਕਰਾਂ ਖਾਣੀਆਂ ਤੇ ਦੁੱਖ ਤੇ ਆਣਾ ਕੱਲ ਨੂੰ ਸਾਡੇ ਜਵਾਕ ਵੀ ਤੇ ਇੱਥੇ ਆਣੇ ਜਦੋਂ ਉਹਨਾਂ ਨੂੰ ਪੈਨਸ਼ਨ ਹੀ ਨਹੀਂ ਮਿਲਣੀ, ਉਹ ਸਰਕਾਰੀ ਨੌਕਰੀ ਹੈ, ਕੀ ਕਰਨ ਬੱਚਿਆਂ ਨੂੰ ਪੜ੍ਹਾ ਕੇ। ਸੋ ਇਹ ਤੇ ਗੱਲ ਸੀਗੀ ਹੈ ਬਹੁਤ ਜ਼ਿਆਦਾ ਮਾੜੀ ਆ। ਪਰ ਇੱਕ ਗੱਲ ਤੁਸੀਂ ਸਾਡੇ ਮੈਡਮ ਨੂੰ ਪੁੱਛੀ ਸੀ ਵੀ ਸੈਕਟਰੀਏਟ ਨੇ ਹੜਤਾਲ ਕੀਤੀ ਕਿ ਨਹੀਂ ਕੀਤੀ, ਉਹ ਹੜਤਾਲ ਅਜੇ ਅਸੀਂ ਸਮਰਥਨ ਕਰ ਰਹੇ ਔਰ ਅਸੀਂ ਸਰਕਾਰ ਨਾਲ ਰਾਬਤਾ ਕਾਇਮ ਕਰ ਰਹੇ ਸੀਗੇ ਕਿ ਕਿਸੇ ਤਰ੍ਹਾਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਜਾਏ। ਆਪ ਤੋਂ ਇਹ ਪੁਲ ਦੀ ਭੂਮਿਕਾ ਨਿਭਾਉਂਦਾ ਜਦ ਨਿਭਾ ਰਹੇ ਸੀਗੇ, ਪਹਿਲੇ ਵੀ ਐਵੇਂ ਹੁੰਦਾ ਰਿਹਾ। ਅਸੀਂ ਜਾਣਦੇ ਸੀ ਬ੍ਰਹਮਿੰਦਰਾ ਜੀ ਸੀ, ਚਾਹੇ ਸੁੱਖੀ ਰੰਧਾਵਾ ਜੀ ਸੀ, ਚਾਹੇ ਸਾਡੇ ਕੋਈ ਬਾਜਵਾ ਸਾਹਿਬ ਸੀਗੇ, ਉਹ ਗੱਲਬਾਤ ਇਹ ਬ੍ਰਹਮਿੰਦਰਾ ਨਾਲ ਗੱਲ ਕੀਤੀ ਕੁਦਰਤੀ। ਕੱਲ ਮੈਨੂੰ ਉਹ ਇੱਕ ਸਮਾਗਮ 'ਚ ਮਿਲੇ ਤੇ ਮੈਂ ਕਿਹਾ ਮਹਿੰਦਰਾ ਸਾਹਿਬ 10 ਤਰੀਕ ਤੋਂ ਹੜਤਾਲ ਚੱਲ ਰਹੀ ਹੈ ਤੇ ਅੱਜ ਤੱਕ ਸਰਕਾਰ ਨੇ ਬੁਲਾਇਆ ਨਹੀਂ। ਚਲੋ ਉਹਨਾਂ ਨੇ ਠੀਕ ਕਿਹਾ ਗਲਤ ਕਿਹਾ, ਕਹਿੰਦੇ ਘੱਟੋ ਘੱਟ ਅਸੀਂ ਬੁਲਾਉਂਦੇ ਤਾਂ ਸੀ। ਬਿਲਕੁਲ ਉਹ ਬੁਲਾਉਂਦੇ ਸੀ, ਗੱਲ ਚੱਲਦੀ ਸੀ, ਮੀਟਿੰਗਾਂ ਹੁੰਦੀਆਂ ਸੀ। ਹੁਣ ਮੈਂ 3-4 ਵਾਰ ਬ੍ਰਹਮਿੰਦਰਾ ਜੀ ਦੇ ਸਟਾਫ 'ਚ ਜਾ ਚੁੱਕਿਆ, ਸੀਐਮ ਰੈਜ਼ੀਡੈਂਸ ਸੀਐਮ ਆਫਿਸ ਜਾ ਚੁੱਕਿਆ, ਹਾਂ ਹਰਪਾਲ ਚੀਮਾ ਜੀ ਦੇ ਵੀ ਸਾਨੂੰ ਮੀਟਿੰਗ ਸਾਡੇ ਸਾਥੀਆਂ ਨੂੰ ਦਿਓ, ਆਹ ਵਾਲੇ ਮੁੱਦੇ ਆ ਤੇ ਤੁਹਾਨੂੰ ਕੀ ਹੋਣ ਲੱਗਾ, ਕੀ ਤੁਸੀਂ ਦੀਵਾਲੀ ਤੇ ਕੁਝ ਦੇਣਾ ਨਹੀਂ, ਉਹ ਦੀਵਾਲੀ ਤੇ ਦੇਣਾ ਬੁਲਾ ਕੇ ਦੇ ਕੇ ਗੱਲ ਖਤਮ ਕਰੋ। ਪਰ ਨਹੀਂ, ਪਰ ਹੁਣ ਜਿਹੜੀ ਇੱਕ ਰੀੜ੍ਹ ਦੀ ਹੱਡੀ ਦੀ ਗੱਲ ਮੇਰੇ ਸਾਥੀ ਨੇ ਕੀਤੀ, ਮੁਲਾਜ਼ਮ ਰੀੜ੍ਹ ਦੀ ਹੱਡੀ ਆ, ਪਰ ਜਿਵੇਂ ਰੀੜ੍ਹ ਦੀ ਹੱਡੀ 'ਚ ਡਿਸਕ ਦੀ ਪ੍ਰੋਬਲਮ ਆ ਜਾਂਦੀ ਆ ਤੇ ਬੰਦਾ ਕੰਮ ਦਾ ਨਹੀਂ ਰਹਿੰਦਾ, ਇਸੇ ਤਰ੍ਹਾਂ ਇਸ ਸਰਕਾਰ ਨੇ ਜਿਹੜੀ ਮੁਲਾਜ਼ਮ ਰੀੜ੍ਹ ਦੀ ਹੱਡੀ ਉਹਦੀ L1 ਤੋਂ ਲੈ ਕੇ L7 ਤੱਕ ਸਾਰੀਆਂ ਡਿਸਕਾਂ ਹਿਲਾ ਕੇ ਰੱਖਤੀਆਂ। ਇੰਨੇ ਨਿਰਾਸ਼ ਨਾ ਹੋਵੋ। ਦੇਖੋ ਨਿਰਾਸ਼ ਵਾਲੀ ਗੱਲ, ਅਸੀਂ ਜਾ ਕੇ ਮਿੰਤਾ ਕਰ ਰਹੇ ਸਾਨੂੰ ਬੁਲਾ ਲਓ, ਉਹ ਬੇਸ਼ਰਮੀ ਦੀ ਹੱਦ ਹੋ ਗਈ ਹੈ ਯਾਰ। ਤੁਸੀਂ ਬੁਲਾਉਂਦੇ ਵੀ ਨਹੀਂ ਹੈਗੇ। ਕੀ ਤੁਸੀਂ ਚਾਹੁੰਦੇ ਹੋ ਵੀ ਸੈਕਟਰੀਏਟ ਬੰਦ ਹੋ ਜਾਏ, ਡਾਇਰੈਕਟੋਰੇਟ ਬੰਦ ਹੋ ਜਾਣ, ਇਹ ਰੀੜ੍ਹ ਦੀ ਹੱਡੀ ਬਿਲਕੁਲ ਹੀ ਬਲੌਕ ਹੋ ਜਾਏ? ਕੋਈ ਤਾਂ ਸ਼ਰਮ ਹੈ ਹੋਵੇ, ਕੋਈ ਤਾਂ ਸ਼ਰਮ ਹੈ ਹੋਵੇ ਵੀ ਸਾਡਾ ਰੈਵਨਿਊ ਬੰਦ ਹੋ ਗਿਆ, ਸਾਥੀ ਹੜਤਾਲ ਤੇ ਬੈਠੇ ਆ ਮਿੰਤਾ ਕਰ ਰਹੇ ਵੀ ਬੁਲਾ ਲਓ। ਬਹੁਤ ਵੱਡੀ ਗੱਲ ਕਹੀ ਹੈ। ਮਿਸਟੀਰੀਅਸ ਸਰਵਿਸ ਯੂਨੀਅਨ ਦੀ ਹੜਤਾਲ ਨਾਲ ਖਜ਼ਾਨਾ ਦਫ਼ਤਰ, DC ਦਫ਼ਤਰ, ਤਹਿਸੀਲਾਂ ਬੰਦ ਹੋ ਜਾਂਦੀਆਂ, ਸਾਰਾ ਰੈਵਨਿਊ ਇੱਕਦਮ ਠੱਪ ਹੋ ਜਾਂਦਾ। ਬਿਲਕੁਲ ਜੀ, ਸਾਰਾ ਕੁਝ ਠੱਪ ਹੋ ਜਾਂਦਾ। ਅਜੇ ਅਸੀਂ ਸੁਣਿਆ ਵੀ ਮਾੜਾ ਮੋਟਾ ਜੇ ਕਿਤੇ ਕੰਮ ਚੱਲ ਰਿਹਾ, ਆਉਣ ਵਾਲੇ ਸਮੇਂ 'ਚ ਉਹ ਵੀ ਬੰਦ ਕਰ ਦੇਣਾ ਔਰ ਜਿਸ ਦਿਨ ਅਸੀਂ ਆਏ ਉਦੋਂ ਸਾਂਝਾ ਮੁਲਾਜ਼ਮ ਮੰਚ ਐਕਟਿਵ ਹੋ ਜਾਣਾ। ਇਹਦੇ ਵਿੱਚ ਜਿੰਨੀਆਂ ਵੀ ਭਰਾਤਰੀ ਜਥੇਬੰਦੀਆਂ ਹੈਗੀਆਂ ਉਹ ਸਾਰੀਆਂ ਨੇ ਹੁਣ ਇਨਵੋਲਵ ਹੋ ਜਾਣਾ ਔਰ ਫਿਰ ਵੀ ਤੇ ਇਹਨਾਂ ਨੇ ਥੁੱਕ ਕੇ ਚੱਟਣਾ, ਫਿਰ ਵੀ ਥੁੱਕ ਕੇ ਚੱਟਣਾ। ਹੁਣ ਇਹਨਾਂ ਨੂੰ ਅਕਲ ਕਿਉਂ ਨਹੀਂ ਆਉਂਦੀ ਵੀ ਮੀਟਿੰਗ ਬੁਲਾ ਕੇ ਮਸਲਾ, ਇਹ ਕਦੋਂ ਮੀਟਿੰਗ ਬੁਲਾਉਂਦੇ ਨੇ? ਜਦੋਂ ਕੋਈ ਗੱਲ ਦੇ ਵਿੱਚ ਅੰਗੂਠਾ ਦੇ ਦਿੰਦਾ ਉਦੋਂ ਕਹਿੰਦੇ ਆ ਕੇ ਮੀਟਿੰਗ ਲੈ ਲਓ ਜੀ, ਨਹੀਂ ਤੇ ਬੈਠੇ ਸੁੱਤੇ ਰਹਿੰਦੇ ਆ। ਹੁਣ ਤੁਸੀਂ ਕਹਿੰਦੇ 7 ਮਹੀਨੇ ਹੋ ਗਏ, ਹਰ ਕੋਈ ਕਹਿੰਦਾ 7 ਮਹੀਨੇ, ਉਹ 7 ਮਹੀਨੇ 'ਚ ਇਹਨਾਂ ਨੇ ਇਹ ਹਾਲ ਕਰਤਾ, ਜੇ ਪੂਰਾ ਟਨਿਊਰ ਕਰਕੇ ਸਾਡਾ ਤੇ ਜੀਣਾ ਹਰਾਮ ਕਰ ਦੇਣਗੇ। ਤੁਹਾਨੂੰ ਕੋਈ ਡਾਊਟ ਹੈ ਵੀ ਪੂਰਾ ਟਨਿਓਰ ਨਹੀਂ ਕਰਨਗੇ? ਦੇਖੋ ਜੀ, ਮੈਨੂੰ ਤਾਂ ਲੱਗਦਾ ਜਿਹੋ ਜਿਹਾ ਹਿਸਾਬ ਕਿਤਾਬ ਸਾਲ ਨਹੀਂ ਕੱਢਦੇ। ਜੇ ਇਹ ਕਹਿ ਰਹੇ ਆ ਕਿ ਸਾਡੇ MLA ਨੂੰ 30-30 ਕਰੋੜ ਰੁਪਈਆ ਦਾ ਆਫਰ ਹੋ ਰਿਹਾ, MLA ਦੇ ਕੰਮ ਨਹੀਂ ਹੋ ਰਹੇ, ਅਗਲਾ ਕਹਿੰਦਾ ਮੈਨੂੰ 30 ਕਰੋੜ ਰੁਪਈਆ ਦਿਓ, ਮੈਂ ਆਣਾ ਕਿਉਂ ਨਹੀਂ ਆਊਗਾ? ਇਹ ਦਿਨ ਪੰਜਾਬ ਨੂੰ ਨਾ ਦੇਖਣੇ ਪੈਣ। ਮੈਡਮ ਫੇਰ ਆਈਏ, ਅੱਜ ਕਰਵਾ ਚੌਥ ਹੈ, ਤੁਸੀਂ ਨਾਰੇ ਲਾਈ ਜਾਂਦੇ। ਸਰ ਸਾਡੇ ਅੱਗੇ ਸਰਕਾਰ ਨੇ ਇਹ ਹਾਲਾਤ ਖੜੇ ਕਰ ਦਿੱਤੇ ਨੇ ਕਿ ਸਾਨੂੰ ਵਾਰ ਤਿਉਹਾਰ ਦਾ ਤਾਂ ਪਤਾ ਹੀ ਨਹੀਂ ਹੈ। ਸਾਨੂੰ ਤਾਂ ਟੈਨਸ਼ਨ ਪਈ ਹੈ ਸਵੇਰ ਦੀ ਰੋਟੀ ਕਿਵੇਂ ਬਣਨੀ ਹੈ। ਆ ਦੁੱਧ ਹੋ ਗਿਆ 50-60 ਰੁਪਏ ਕਿਲੋ। ਕੱਲ ਦੀ ਤੁਹਾਨੂੰ ਗੱਲ ਸੁਣਾਵਾਂ, ਮੇਰੀ ਇੱਕ ਸਹੇਲੀ ਉਹਦੇ ਹੱਥ ਜਲੇ ਹੋਏ, ਮੈਂ ਉਹਨੂੰ ਕਿਹਾ ਤੇਰੇ ਹੱਥ ਕਿਵੇਂ ਸੜ ਗਿਆ? ਕਹਿੰਦੀ ਕੱਲ ਦਾ ਦੁੱਧ ਨੂੰ ਉਬਾਲਾ ਦੇ ਕੇ ਹਟੀ ਸੀ, ਮੇਰੇ ਧਿਆਨ ਨਹੀਂ ਰਿਹਾ ਕਿ ਪਤੀਲਾ ਗਰਮ ਹੈ, ਮੈਂ ਚੱਕ ਲਿਆ ਉਹਨੂੰ। ਕਹਿੰਦੀ ਪਰ ਨਾ ਮੇਰੇ ਹੱਥ ਸੜ ਗਏ, ਮੈਂ ਦੁੱਧ ਦੇ ਪਤੀਲੇ ਨੂੰ ਫਟਾਫਟ ਚੱਕ ਕੇ ਥਾਂ ਤੇ ਰੱਖਿਆ, ਸੁੱਟਿਆ ਨਹੀਂ ਪਤੀਲਾ। ਮੈਂ ਕਿਹਾ ਛੋੜ ਦੇਣਾ ਸੀ ਤੂੰ, ਤੇਰੇ ਹੱਥ ਸੜ ਗਏ ਨਹੀਂ ਬੁਰੀ ਤਰ੍ਹਾਂ। ਕਹਿੰਦੀ ਆ ਜਿਹੜਾ 60-70 ਰੁਪਏ ਕਿਲੋ ਦੁੱਧ ਹੈ, ਮੇਰੇ ਬੱਚਿਆਂ ਨੇ ਦੁੱਧ ਪੀਣਾ ਸੀਗਾ, ਸਰਕਾਰ ਨੇ ਤਾਂ ਮਹਿੰਗਾਈ ਦੀ ਮਾਰ ਨਾਲ ਸਾਨੂੰ ਮਾਰਿਆ ਪਿਆ। ਹੁਣ ਮੈਂ ਜੇ ਮੇਰੇ ਹੱਥ ਸੜ ਜਾਣਗੇ ਤਾਂ ਕੋਈ ਗੱਲ ਨਹੀਂ, ਇਹ ਸਰਕਾਰ ਜਾਗ ਜੇ। ਇਹ ਸਾਡੇ ਦਿਲ ਸੜ ਰਹੇ ਨੇ ਮੁਲਾਜ਼ਮਾਂ ਦੇ, ਇਹ ਭੈਣਾਂ ਦੇ, ਇਹਨਾਂ ਦੇ ਦਿਲ ਸੜ ਰਹੇ ਨੇ। ਜਾਗ ਜੇ ਸਰਕਾਰ। ਅਸੀਂ ਇਹ ਆਮ ਬੰਦਿਆਂ ਨੂੰ ਖਾਸ ਬਣਾਇਆ, ਇਹ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਅਸੀਂ ਅੱਜ ਇਹਨਾਂ ਨੂੰ ਖੜੇ ਕੀਤਾ, ਮਤਲਬ ਚੋਣਾਂ ਵਿੱਚ ਜਿਤਾਇਆ ਇਹਨਾਂ ਨੂੰ ਅੱਜ ਰਾਜ ਗੱਦੀਆਂ ਦਿੱਤੀਆਂ ਨੇ। ਤੇ ਇਹ ਸਾਡੇ ਨਾਲ ਕੀ ਹਾਲ ਕਰ ਰਹੇ ਨੇ ਕਿ ਅੱਜ ਸਾਨੂੰ ਫੇਰ ਅਸੀਂ ਉੱਥੇ ਹੀ ਸੰਘਰਸ਼ ਦੀ ਰਾਹ ਤੇ ਤੋਰਨ ਨੂੰ ਤਿਆਰ ਬੈਠੇ ਨੇ। ਤੁਸੀਂ ਕਹਿ ਰਹੇ ਸੀ ਸਕੱਤਰੇਤ ਵਾਲਿਆਂ ਨੇ ਸਟ੍ਰਾਈਕ ਸ਼ੁਰੂ ਕੀਤੀ ਕਿ ਨਹੀਂ ਕੀਤੀ? ਅਰੇ ਇਹ ਤਿਆਰ ਕਰ ਰਹੇ ਨੇ, ਇਹ ਭੂਮਿਕਾ ਤਿਆਰ ਕਰ ਰਹੇ। ਮੈਂ ਬਾਰ-ਬਾਰ ਤਾਂ ਕਹਿ ਰਿਹਾ ਸੀ ਫੀਲਡ 'ਚ ਬਹੁਤ ਵੱਡੇ ਪੱਧਰ ਤੇ ਹੜਤਾਲ ਚੱਲ ਰਹੀ ਹੈ ਤੇ ਕਿਤੇ ਨਾ ਕਿਤੇ ਮੈਨੂੰ ਆਵਾਜ਼ ਆਉਂਦੀ ਵੀ ਜੇ ਸੈਕਟਰੀ ਵਾਲੇ ਹੜਤਾਲ ਕਰ ਲੈਣ ਤੇ ਸਰਕਾਰ ਤੁਰੰਤ ਸਾਨੂੰ ਗੱਲਬਾਤ ਲਈ ਬੁਲਾਵੇ। ਸਰ ਅਸੀਂ ਵੇਟ ਕਰ ਰਹੇ ਹਾਂ, ਸ਼ਾਇਦ ਸਰਕਾਰ ਜਾਗ ਜੇ, ਪਰ ਇਹਨਾਂ ਨੇ ਕੀ ਜਾਗਣਾ? ਮੈਂ ਜਿਵੇਂ ਪਹਿਲਾਂ ਵੀ ਕਿਹਾ ਤਾਂ ਕੁੰਭਕਰਨ ਹੀ ਨਹੀਂ ਸੁੱਤੇ ਪਏ ਨੇ। ਇਹਨਾਂ ਨੂੰ ਗੁਜਰਾਤ ਦੀ ਫਿਕਰ ਹੈ, ਇਹਨਾਂ ਨੂੰ ਹਿਮਾਚਲ ਦੀ ਫਿਕਰ ਹੈ। ਤੁਹਾਡਾ ਫਿਕਰ ਨਾ ਕਰੋ, ਮਾਨ ਸਾਹਿਬ ਨੂੰ ਤੁਹਾਡਾ ਵੀ ਫਿਕਰ ਹੈ। ਮੈਡਮ ਅਖੀਰ 'ਚ ਕਿੰਨੀ ਕੁ ਆਸ ਹੈ, ਜੇ ਨਹੀਂ ਕੁਝ ਮਿਲਦਾ ਤਾਂ ਕੀ ਕਰੋਗੇ ਅੱਗੇ? ਸਰ ਜੇ ਨਹੀਂ ਮਿਲਿਆ ਨਾ ਤੇ ਇਹਨਾਂ ਦੇ ਧੌਣ ਤੇ ਗੋਡਾ ਇਹੋ ਜਿਹਾ ਰੱਖਾਂਗੇ ਨਾ ਜਿੱਦਾਂ 70 ਸਾਲ ਵਾਲੇ ਕਹਿੰਦੇ ਸੀ ਸਾਡੇ ਵਰਗੀ ਕੋਈ ਸਰਕਾਰ ਨਹੀਂ, ਕੋਈ ਹੋਰ ਸਰਕਾਰ ਜੰਮੀ ਨਹੀਂ, ਕਿ ਕੋਈ ਅਕਾਲੀ ਕਾਂਗਰਸ ਆਪਣੇ ਆਪ ਦੀ ਤੌਂਸ ਜਮਾਉਂਦੇ, ਉਹਨਾਂ ਨੂੰ ਕੱਢ ਕੇ ਮੁਲਾਜ਼ਮਾਂ ਨੇ ਉਹ ਮਾਰਿਆ। ਤੇ ਆਉਣ ਵਾਲੇ ਸਾਲ ਦੇ ਵਿੱਚ ਤੁਸੀਂ ਦੇਖੋ ਇਹਨਾਂ ਨੂੰ ਐ ਚੁਟਕੀ ਵਾਂਗੂ ਚੱਲਦੇ ਮਾਰਾਂਗੇ, ਕਿਉਂਕਿ ਮੁਲਾਜ਼ਮ ਇਹਨਾਂ ਦੀ ਰੀੜ੍ਹ ਦੀ ਹੱਡੀ ਹੈ, ਤੋੜ ਚੁੱਕੇ ਆ, ਤੋੜ ਕੇ ਆਪ ਗੁਜਰਾਤ ਬੈਠੇ ਆ, ਉੱਥੇ ਬਾਂਸਰੀਆਂ ਵਜਾ ਰਹੇ ਆ, ਪਰ ਇਹਨਾਂ ਦੀ ਇਹ ਬਾਂਸਰੀ ਇੱਥੇ ਨਹੀਂ ਵੱਜਣੀਗੀ। ਇੱਥੇ ਹੁਣ ਮੁਲਾਜ਼ਮ ਇੱਕ ਹੋ ਗਿਆ, ਪਹਿਲਾਂ ਵਾਲੇ ਮੁਲਾਜ਼ਮ ਨਹੀਂ ਰਹੇ ਜਿਹੜਾ
ਸਾਰੇ 5 ਸਾਲ ਇਹਨਾਂ ਕੋਲ ਛਿੱਤਰ ਖਾਣਗੇ ਤੇ ਐਂਡ ਦੇ 2-3 ਮਹੀਨਿਆਂ ਵਿੱਚ ਕੁਝ ਦੇ ਕੇ ਤੇ ਉਹਨਾਂ ਨੂੰ ਰਫਾ ਦਫਾ ਕਰਦੇ। ਉਹ ਮੁਲਾਜ਼ਮ ਨਹੀਂ, ਹੁਣ 7 ਮਹੀਨਿਆਂ 'ਚ ਹੀ ਮੁਲਾਜ਼ਮ ਜਾਗ ਚੁੱਕੇ ਆ ਤੇ ਇਹਨਾਂ ਨੂੰ ਅਸੀਂ ਤੁਹਾਡੇ ਚੈਨਲ ਰਾਹੀਂ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਭਾਈ ਜਾਗ ਜੋ, ਅਗਰ ਮੁਲਾਜ਼ਮਾਂ ਦੀਆਂ ਤੁਸੀਂ ਮੰਗਾਂ ਨਾ ਮੰਨੀਆਂ ਤੇ ਤੁਸੀਂ ਸਾਲ ਨਹੀਂ ਕੱਟਦੇ। ਸੋ ਤੁਸੀਂ ਮੁਲਾਜ਼ਮਾਂ ਦਾ ਦੁੱਖ ਸੁਣਿਆ। ਇਹ ਸਾਰੀ ਗੱਲ ਤੋਂ ਇੰਜ ਜਾਪਦਾ ਵੀ ਸ਼ਾਇਦ ਪੰਜਾਬ ਬਹੁਤ ਸਿਆਣਾ ਹੋ ਗਿਆ। ਇਹ ਉਹੀ ਲੋਕ ਨੇ ਜਿਹੜੇ 23 ਫਰਵਰੀ ਤੋਂ ਪਹਿਲਾਂ ਵੋਟਾਂ ਪਾਉਣ ਤੋਂ ਪਹਿਲਾਂ ਇਹ ਗੱਲ ਕਹਿੰਦੇ ਸੀ, ਮੋਸਟਲੀ ਸਾਰੇ ਤਾਂ ਨਹੀਂ, 80-90% ਇਹ ਗੱਲ ਕਹਿੰਦੇ ਸੀ ਵੀ ਹੁਣ ਰਵਾਇਤੀ ਪਾਰਟੀਆਂ ਦਾ ਯੁੱਗ ਖਤਮ ਹੋ ਗਿਆ, ਹੁਣ ਤੇ ਨਵੀਂ ਪਾਰਟੀ ਲਿਆਵਾਂਗੇ, ਕੇਜਰੀਵਾਲ ਸਾਹਿਬ ਦੀ ਪਾਰਟੀ ਲਿਆਵਾਂਗੇ, ਮਾਨ ਸਾਹਿਬ ਨੂੰ ਮੁੱਖ ਮੰਤਰੀ ਬਣਾਵਾਂਗੇ। ਪਰ ਹਾਲੇ 16 ਅਕਤੂਬਰ ਨੂੰ 7 ਮਹੀਨੇ ਪੂਰੇ ਹੋਣੇ ਨੇ। ਤੁਸੀਂ ਆਪ ਹੀ ਸੁਣ ਲਿਆ ਮੁਲਾਜ਼ਮਾਂ ਦੇ ਮੂੰਹਾਂ ਵਿੱਚੋਂ ਕਿੰਨੇ ਵੱਡੇ ਵੱਡੇ ਗੁੱਸੇ ਦੇ ਗੋਲੇ ਨਿਕਲ ਰਹੇ ਨੇ। ਇਹਦੇ ਬਾਰੇ ਫੈਸਲਾ ਤੁਸੀਂ ਕਰੋ ਵੀ ਮੁਲਾਜ਼ਮ ਇੰਨੇ ਤੱਤੇ ਤੇ ਗਰਮ ਕਿਉਂ ਨੇ।